ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਹਾਜ਼ਰੀਆਂ ਭਰ ਕੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲਾ ਕਰ ਰਹੇ ਹੋ। ਅੰਮ੍ਰਿਤ ਵੇਲੇ ਦੀ ਮਰਿਆਦਾ ਦੇ ਅਨੁਸਾਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸਥਾਨ ਦੇ ਮੁੱਖ ਗ੍ਰੰਥੀ ਸਨਮਾਨਯੋਗ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਨੇ ਅੱਜ ਜਿਸ ਸ਼ਬਦ ਦੀ ਕਥਾ ਦੀ ਸਤਿਗੁਰ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਅੱਜ ਦਾ ਸ਼ਬਦ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਉਣਾ ਕੀਤਾ, ਆਪ ਜੀ ਨੇ ਸਨਮਾਨਯੋਗ ਸਿੰਘ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਬਹੁਤ ਹੀ ਮਿੱਠੀ ਆਵਾਜ਼ ਦੇ ਅੰਦਰ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਿਰਪਾ ਕਰਨ, ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਸਭ ਤੋਂ ਪਹਿਲੋਂ ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਣਾ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਸਤਿਗੁਰ ਮਹਾਰਾਜ ਨੇ ਲੜੀਵਾਰ ਬਖਸ਼ਿਸ਼ ਕੀਤਾ ਹੈ, ਗੌੜੀ ਰਾਗ ਦੇ ਅੰਦਰ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਇਹ ਉਚਾਰਨ ਕੀਤੇ ਹੋਏ ਪਾਵਨ ਬਚਨ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 327 ਦੇ ਉੱਪਰ ਸਤਿਗੁਰ ਮਹਾਰਾਜ ਜੀ ਨੇ ਇਹ ਬਚਨ ਬਖਸ਼ਿਸ਼ ਕੀਤੇ ਹਨ। ਜੋ ਸੰਗੀਤ ਦੀ ਸਮਝ ਰੱਖਦੇ ਨੇ, ਜੋ ਕੀਰਤਨ ਦੇ ਨਾਲ ਜੁੜੇ ਨੇ, ਜੇ ਆਪ ਕੀਰਤਨ ਕਰਦੇ ਨੇ, ਉਹ ਇਸ ਗੱਲ ਤੋਂ ਜਾਣੂ ਨੇ ਕਿ ਜਿਹੜਾ ਗੌੜੀ ਰਾਗ ਹੈ, ਇਸ ਨੂੰ 12 ਤਰੀਕਿਆਂ ਦੇ ਨਾਲ ਸਤਿਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ। ਗੌੜੀ ਮਾਂਝ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਪੂਰਬੀ ਦੀਪਕੀ, ਬਹੁਤ ਸਾਰੇ ਮਿਸ਼ਰਤ ਰਾਗਾਂ ਨੂੰ ਸਤਿਗੁਰੂ ਮਹਾਰਾਜ ਨੇ ਦਰਜ ਕਰਦਿਆਂ 12 ਤਰ੍ਹਾਂ ਦਾ ਗੌੜੀ ਰਾਗ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਿਆ। ਸਰਲੇਖ ਦੀ ਆਰੰਭਤਾ ਜਿਹੜੀ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕੀਤੀ ਗੌੜੀ ਕਬੀਰ ਜੀ। ਭਗਤ ਜੀ ਦਾ ਨਾਮ ਹੈ ਕਿ ਇਹ ਬਾਣੀ ਦੇ ਉਚਾਰਨ ਕਰਤਾ ਜਿਹੜੇ ਨੇ ਉਹ ਭਗਤ ਕਬੀਰ ਸਾਹਿਬਾਨ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਸਭ ਤੋਂ ਜ਼ਿਆਦਾ ਜੇਕਰ ਭਗਤ ਬਾਣੀ ਕਿਸੇ ਭਗਤ ਦੀ ਦਰਜ ਹੈ ਤੇ ਉਹ ਭਗਤ ਕਬੀਰ ਸਾਹਿਬ ਜੀ ਹਨ। ਤੇ ਜੇ ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਦੇ ਉਚਾਰਨ ਕਰਤਾ ਨੇ
ਤੇ ਉਹ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ, ਜਿਨ੍ਹਾਂ ਨੂੰ ਨਾਨੇ ਨੇ ਅਸੀਸ ਦੇ ਕੇ ਆਖਿਆ ਸੀ, ਦੋਹਿਤਾ ਬਾਣੀ ਕਾ ਬੋਹ ਥਾ। ਭਗਤ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਬਾਕੀ ਭਗਤਾਂ ਨਾਲੋਂ ਜ਼ਿਆਦਾ ਹੈ। ਹੁਣ ਸਿਰਲੇਖ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ ਤੇ ਪਦੇ। ਤੇ ਪਦੇ ਤੋਂ ਭਾਵ ਹੈ ਕਿ ਇਹ ਜਿਹੜਾ ਸ਼ਬਦ ਹੈ, ਜਿਸ ਦੀ ਅੱਜ ਵਿਚਾਰ ਆਪਾਂ ਆਰੰਭ ਕਰਨ ਲੱਗੇ ਹਾਂ, ਇਹ ਤਿੰਨ ਪੰਕਤੀਆਂ ਇੱਕ ਬੰਦ ਦੇ ਵਿੱਚ ਆਉਣਗੀਆਂ। 3 ਪਦਿਆਂ ਵਾਲਾ ਸ਼ਬਦ ਹੈ। ਔਰ ਤੁਸੀਂ ਜਦੋਂ ਬਾਣੀ ਨੂੰ ਆਪ ਪੜ੍ਹੋਗੇ ਨਾ, ਤੁਸੀਂ ਦੇਖੋਗੇ ਤੇ ਪਦੇ ਦੇ ਥੱਲੇ ਜਿਹੜਾ ਹੈ ਉਹ 15 ਲਿਖਿਆ ਹੋਇਆ ਹੈ। ਇਸ ਛੋਟਾ ਜਿਹਾ ਕਰਕੇ 15 ਲਿਖਿਆ ਹੈ। ਤੇ ਇਸ ਦਾ ਭਾਵ ਇਹ ਹੈ ਕਿ ਹੁਣ 3 ਪਦੇ ਵਾਲੇ ਸ਼ਬਦਾਂ ਦੀ ਆਰੰਭਤਾ ਹੈ। ਭਗਤ ਕਬੀਰ ਸਾਹਿਬ ਜੀ ਦੇ ਇਹ 3 ਪਦਿਆਂ ਵਾਲੇ ਹੁਣ 15 ਸ਼ਬਦ ਚੱਲਣਗੇ। ਤੁਸੀਂ ਦੇਖੋਗੇ ਇਹ ਲੜੀਵਾਰ 19ਵਾਂ ਸ਼ਬਦ ਹੈ ਭਗਤ ਕਬੀਰ ਜੀ ਦਾ, ਪਰ ਤਿਪਦੇ ਜਿਹੜਾ ਹੈ ਇਹ ਪਹਿਲਾ ਹੈ। ਔਰ ਇਹ 14 ਹੋਰ ਸ਼ਬਦ ਇਸ ਤੋਂ ਅੱਗੇ ਲੜੀ ਦੇ ਰੂਪ ਦੇ ਵਿੱਚ ਚੱਲਣਗੇ। ਆਰੰਭਤਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੋ ਬਚਨ ਕਹੇ, ਉਹ ਆਖਦੇ ਪਏ ਨੇ ਕਿ ਕੰਚਨ ਸਿਉ ਪਾਈਐ ਨਹੀਂ ਤੋਲ। ਤੋਲ ਦਾ ਅਰਥ ਵੱਟੇ ਵੀ ਨੇ ਤੇ ਤੋਲ ਦਾ ਅਰਥ ਹੈ ਤੋਲਣਾ। ਜਿਵੇਂ ਪਹਿਲਾਂ ਤੱਕੜੀ ਦੇ 2 ਪੱਲੇ ਹੋਣੇ, 2 ਛਾਬਿਆਂ ਦੇ ਵਿੱਚ ਇੱਕ ਪਾਸੇ ਤੋਲ ਰੱਖਿਆ ਜਾਣਾ, ਇੱਕ ਪਾਸੇ ਵੱਟਾ ਰੱਖਿਆ ਜਾਣਾ, ਤੇ ਦੂਸਰੇ ਪਾਸੇ ਜਿਹੜੀ ਹੈ ਉਹ ਵਸਤ ਪਾਈ ਜਾਣੀ ਕਿ ਉਹਨੂੰ ਫਿਰ ਚੁੱਕ ਕੇ ਤੋਲਣਾ, ਤੇ ਬਰਾਬਰ ਜਿਹੜਾ ਤੋਲਣਾ ਉਹਨੂੰ ਕਹਿਣਾ ਤੋਲ ਕਰਨਾ ਹੈ। ਪੁਰਾਤਨ ਸਮੇਂ ਦੇ ਵਿੱਚ ਜਿਹੜਾ ਸੀ ਉਹ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੋਦੀ ਦੀ ਕਿਰਤ ਕੀਤੀ ਸੁਲਤਾਨਪੁਰ ਲੋਧੀ ਵਿਖੇ। ਗੁਰੂ ਨਾਨਕ ਦੇਵ ਮਹਾਰਾਜ ਮੋਦੀ ਨੇ, ਤੇ ਮੋਦੀ ਦਾ ਅਰਥ ਆਮ ਦੁਕਾਨਦਾਰ ਨਹੀਂ ਹੈ। ਮੋਦੀ ਦਾ ਅਰਥ ਹੈ ਕਿ ਜਿਹਨੇ ਸਮੁੱਚੇ ਉਸ ਰਾਜ ਪ੍ਰਬੰਧ ਦਾ ਜਿਹੜਾ ਹੈ ਉਹ ਟੈਕਸ ਵੀ ਪ੍ਰਾਪਤ ਕਰਨਾ। ਉਹ ਟੈਕਸ ਜਿਹੜਾ ਸੀ ਉਹ ਕਿਸਾਨ ਲੋਕ, ਮਜ਼ਦੂਰ ਲੋਕ ਜਿਹੜੇ ਸਨ ਅਨਾਜ ਦੇ ਰੂਪ ਵਿੱਚ ਦਿੰਦੇ ਸਨ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਅਨਾਜ ਦੇ ਰੂਪ ਦੇ ਵਿੱਚ ਉਹਨਾਂ ਤੋਂ ਜਿਹੜਾ ਜੋ ਉੱਥੋਂ ਦੀ ਹਕੂਮਤ ਨੇ ਤੈਅ ਕੀਤਾ ਸੀ, ਲੋਕਾਂ ਨੇ ਅਨਾਜ ਦੇ ਕੇ ਵੀ ਜਾਣਾ ਤੇ ਉਹਦੇ ਵੱਟੇ ਦੇ ਵਿੱਚ ਅਨਾਜ ਲੈ ਕੇ ਵੀ ਜਾਣਾ। ਕਿਸੇ ਨੇ ਕਣਕ ਦੇ ਕੇ ਜਾਣੀ ਤੇ ਚੌਲ ਲੈ ਕੇ ਚਲੇ ਜਾਣੇ, ਕਿਸੇ ਨੇ ਛੋਲੇ ਦੇ ਕੇ ਜਾਣੇ ਤੇ ਕਣਕ ਲੈ ਕੇ ਚਲੇ ਜਾਣੀ। ਇਸ ਤਰ੍ਹਾਂ ਵਟਾਂਦਰਾ ਕੀਤਾ ਜਾਂਦਾ ਸੀ। ਜਿਹੜੇ ਪੰਜਾਬ ਦੀ ਧਰਤੀ ਤੇ ਤੁਸੀਂ ਦੇਖੋ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਗਲੀਆਂ ਮੁਹੱਲਿਆਂ ਪਿੰਡਾਂ ਦੇ ਵਿੱਚ ਨਾ ਕੁਝ ਫੇਰੀਆਂ ਵਾਲੇ ਆਉਂਦੇ ਹੁੰਦੇ ਸੀ। ਉਹਨਾਂ ਦੇ ਕੋਲ ਕੁਝ ਖਾਣ ਵਾਲੀਆਂ ਚੀਜ਼ਾਂ ਹੋਣੀਆਂ, ਕਿਸੇ ਕੋਲ ਕੋਈ ਮਠਿਆਈ ਹੋਣੀ ਜਾਂ ਕੁਲਫੀਆਂ ਵਗੈਰਾ ਲੈ ਕੇ ਆਉਣਾ, ਤੇ ਬੱਚੇ ਜਿਹੜੇ ਸਨ ਉਹਨਾਂ ਨੇ ਘਰ ਦੇ ਵਿੱਚੋਂ ਕੁਝ ਅਨਾਜ ਲੈ ਕੇ ਜਾਣਾ ਤੇ ਜਾ ਕੇ ਉਸ ਨੂੰ ਦੇਣਾ, ਫੇਰੀ ਵਾਲੇ ਨੂੰ ਦੇਣਾ, ਤੇ ਉਹਦੇ ਬਦਲੇ ਵਿੱਚ ਕੁਝ ਖਾਣ ਦੀ ਵਸਤੂ ਲੈ ਕੇ ਆਉਣੀ। ਕੰਚਨ ਦਾ ਭਾਵ ਹੈ ਕਿ ਸੋਨਾ। ਔਰ ਹਰੇਕ ਦੇਸ਼ ਦੀ ਜਿਹੜੀ ਆਰਥਿਕ ਅਵਸਥਾ ਹੈ ਉਹ ਸੋਨੇ ਦੇ ਉੱਤੇ ਨਿਰਭਰ ਕਰਦੀ ਹੈ ਕਿ ਉਹਦੇ ਦੇਸ਼ ਵਿੱਚ ਸੋਨਾ ਕਿਤਨਾ ਹੈ। ਜਦੋਂ ਬੰਦਾ ਬਾਹਰੀ ਤੌਰ ਤੇ ਨਿਕਲਦਾ ਹੈ ਨਾ, ਜਦੋਂ ਤੁਸੀਂ ਗੁਰਦੁਆਰੇ ਤੋਂ ਬਾਹਰ ਨਿਕਲੋਗੇ ਤੇ ਤੁਸੀਂ ਦੇਖੋਗੇ ਕਿਸੇ ਵੀ ਦੁਕਾਨ ਤੇ ਚਲੇ ਜਾਓ, ਤੁਹਾਨੂੰ ਕੋਈ ਵੀ ਵਸਤੂ ਜੇਕਰ ਲੈਣੀ ਹੈ ਤੇ ਉਹਦੇ ਬਦਲੇ ਤੁਸੀਂ ਮੁੱਲ ਦਿਓਗੇ ਉਸ ਵਸਤੂ ਦਾ ਤੇ ਫਿਰ ਪ੍ਰਾਪਤ ਹੋਵੇਗੀ। ਬਚਪਨ ਦੇ ਵਿੱਚ ਹੀ ਬੰਦਾ ਸਿੱਖ ਜਾਂਦਾ ਹੈ ਕਿ ਪੈਸੇ ਦੇ ਕੇ ਆਉਣੇ ਆ, ਵਸਤੂ ਫਿਰ ਮਿਲਣੀ ਹੈ। ਔਰ ਇਹੀ ਭਾਵਨਾ ਜਾਂ ਇਹੀ ਜਿਹੜਾ ਸੁਭਾਅ ਹੈ ਉਹ ਗੁਰਦੁਆਰੇ ਲੈ ਕੇ ਵੀ ਆ ਜਾਂਦਾ ਹੈ। ਇਹੀ ਸੁਭਾਅ ਹੈ ਕਿ ਉਹ ਸੋਚਦਾ ਹੈ ਕਿ ਸ਼ਾਇਦ ਮੈਂ ਪੈਸੇ ਦੇਵਾਂਗਾ ਤੇ ਪੈਸਿਆਂ ਦੇ ਨਾਲ ਮੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸੱਚੀ ਗੱਲ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਪੈਸੇ ਤੋਂ ਬਗੈਰ ਨਹੀਂ ਚੱਲ ਸਕਦੇ। ਪੈਸੇ ਦੇ ਨਾਲ ਗੁਰਦੁਆਰੇ ਜਾਂ ਧਾਰਮਿਕ ਅਸਥਾਨ ਤਾਂ ਬਣਾਏ ਜਾ ਸਕਦੇ ਨੇ, ਪੈਸੇ ਦੇ ਨਾਲ ਰੱਬ ਨੂੰ ਖਰੀਦਿਆ ਨਹੀਂ ਜਾ ਸਕਦਾ। ਪੈਸੇ ਦੇ ਨਾਲ ਰੱਬ ਨਹੀਂ ਖਰੀਦਿਆ ਜਾਏਗਾ। ਪੈਸੇ ਨਾਲ ਧਰਮ ਦਾ ਅਸਥਾਨ ਤੇ ਬਣਾ ਸਕਦੇ ਹੋ। ਧਰਮੀ ਜਿਹੜਾ ਹੈ ਉਹ ਪਰਮਾਤਮਾ ਦੀ ਬਖਸ਼ਿਸ਼ ਰਾਹੀਂ ਬਣਿਆ ਜਾਂਦਾ ਹੈ, ਨਾ ਕਿ ਪੈਸੇ ਰਾਹੀਂ ਬਣਿਆ ਜਾ ਸਕਦਾ ਹੈ। ਹੁਣ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਭਗਤ ਕਬੀਰ ਸਾਹਿਬ ਆਖਦੇ ਨੇ, ਕੰਚਨ ਸਿਉ ਪਾਈਏ ਨਹੀਂ ਤੋਲ। ਕਹਿੰਦੇ ਹੇ ਜੀਵ, ਤੂੰ ਮਤ ਸੋਚੀ ਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਤੂੰ ਬੜੇ ਕੀਮਤੀ ਵਸਤੂਆਂ ਦੇ ਕੇ, ਹਾਲਾਂਕਿ ਕੰਚਨ ਦਾ ਸੋਨਾ ਇੱਥੇ ਅਰਥ ਜ਼ਰੂਰ ਕਰਾਂਗੇ,
पर कंचन जिहड़ा है एक सांझे तौर पर वरतिया शब्द है। जिमें महाराज जी का एक असीं बचन पढ़ते हाँ, जो बोलत है मृग मीन पंखेरू सो बिन हर जापत है नहीं होर। हुण महाराज ने इस पंक्ति विच मृग मीन ते पंखेरू तिन दा जिक्र किया, पर वो तिन्ने जिहड़े ने वो सूचक ने। महाराज ने कहा कि मृग तो भाव सी कि जिहड़े जमीन ते रहन वाले पशु ने, पंखेरू तो भाव सी कि जिहड़े आसमान ते उडारियां मारन वाले पंछी ने, ते सतगुरु महाराज ने मीन शब्द जिहड़ा वरतिया है, मीन शब्द तो भाव है कि जिन्ने भी जल दे विच रहिंदे ने एक नूं लै करके समुच्चेयां दी गल करदे ने। ये महाराज जी ने, ये सतगुरु जी ने प्रमाण के तौर पर वरतिया। कबीर साहब जी ने प्रमाण के तौर पर वरतिया है कंचन। ते सतगुरु महाराज जी बाणी विच भी ये गल आखदे ने, कह लगे हर आप अमोलक है मुल ना पाया जाए। महाराज अज कहते पे ने कि कंचन स्यों पाइए नहीं तोल, कि पैसा दे के कंचन दे के या अपने शरीर के बराबर का सोना दान करन करके उस तो बाद विच ये आस रख लो कि मैनू रब की प्राप्ति हो जाएगी। सतगुरु महाराज कहते नहीं, बिल्कुल नहीं होनी। पैसे दे नाल चलो सुख जरूर मिलते आ। जिवें महाराज गुरु अर्जन देव जी का बचन है, महाराज आखते ने दानन परा पूरबेन पुचंते महीप ते जेकर अज राज भाग मिलिया तो इनका मतलब सी कि पिछला दान सी, पर दान दे नाल परमात्मा की प्राप्ति नहीं। और बंदे का सुभाव ही इवें दा है कि हर थां ते जिवें वो सेविंग करता है ना कि मैं पैसे देवां तो मैनूं बाद विच किन्ना मिलेगा। ये सतगुरु महाराज जी दे अगे पैसे रख के, रुपया रख के ते 1000 गुना मंगदा पिया। महाराज कहते ने दे मंगे सहसा गुना सोभ करे संसार। हुण एक पासे तो रुपया पाउंदा गोलक दे विच, दूजे पासे कहंदा साल तक 1000 वापस मिलना चाहिए है। ते तीसरा कहते पे ने कि जो पैसे पाए भेंट की नाल ये भी कहता कि लोगों को दसो मैं भेटा किन्नी करके चलिया, शोभा मेरी होनी जरूरी है। दे मंगे सहसा गुना सोभ करे संसार। महाराज सच्चे पातशाह कहते ने पैसे दे नाल जिहड़ा है वो रब नूं खरीदिया नहीं जाएगा। कंचन स्यों पाइए नहीं तोल मन दे राम लिया है मोल। हुण भगत कबीर साहब अगली पंक्ति विच कहंदे ने कि मन भेटा दे करके, मन वेच करके ते मैं राम नूं प्राप्त कर लिया है। बाणी विचों आओ दर्शन करिए। पहली गल गुरु अमरदास महाराज आखदे ने कि हर आप मोलक है मुल ना पाया जाए, मुल ना पाया जाए किसे विटों रहे लोक बिल लाए। अगे आखदे जी ऐसा सतगुरु जे मिले जिन्हों कहते पे ने कि मन दे राम लिया है मोल। ऐसा सतगुरु जे मिले तिसनूं सिर सौंपीए विचों आप जाए। ये है जी मन दे राम लिया है मोल। सतगुरु महाराज गुरु अर्जन देव जी आखदे ने, कह लगे सम्मन जो इस प्रेम की दम केह होती, साठ रामन होते सो रंक नह जिन सिर दीने काट। उदाहरण किंदी दिती जी, कहने लगे जी रामन जिहड़ा सी ना वो बहुत धनवान सी, पैसे की कोई कमी नहीं सी उहदे कोल, पर जेकर पैसे दे नाल रब प्राप्त हुंदा हुंदा ते राम ने खरीद के लै जाना सी। जे पैसे नाल रब प्राप्त हुंदा होवे, अज भी असी गुरु नूं गरीब नवाज ना आखीए, अज भी रब जिहड़ा सी वो वड्डियां दे घरां दे विच होना सी। आ झुकीआं झौंपड़ियां वाले तां खाली रह जाने सन। एक जी सरदार प्रीतम सिंह होए ने, उन्हां दी किताब है कि गुरु ग्रंथ साहब अंदर बाबे फरीद दी भाल। उहदे विच उन्हां ने एक जिक्र किया, कह लगे बाबा फरीद साहब जिस दिन उन्होंने शरीर छड्डिया उस दिन उन्हां दे घर दे विच एक चादर भी नहीं सी कि जिंदे नाल उन्हां दे शरीर नूं टकिया जा सके। हुण देखो वो कंचन नाल किवें खरीदणगे जी। गुरु अर्जन देव महाराज आसा राग दे विच एक शब्द है जी, महाराज ने भगतां दा उत्थे जिक्र किया है। गुरु अर्जन देव महाराज सच्चे पातशाह आखदे ने, गोबिंद 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 संग नाम दिओ मन लीना, आड़ दाम को शिपरो। उहदे कोल किहड़ा सोना सी, आड़ दाम को शिपरो होयो लखीना। हुण अड्डी दमड़ी दा जिहड़ा शिंबा है वो सोना दे के किवें रब नूं खरीद लएगा।
दूसरी उदाहरण देंदे ने, बुनना तन्ना त्याग के प्रीत चरण कबीरा, नीच कुला जुलाहरा नीवी कुल दा जुलाहा। उनके कोल सोना कित्थों आवेगा कि वह रब के चरणों में भेंट करे तो कवे मैं रब खरीद लिया। तीसरी उदाहरण भगत रविदास साहब जी देंदे ने, कहंदे रविदास ढवंता ढोर नीत तिन त्यागी माया, हिरदे वसिया पार ब्रह्म पूਰਨ ਪ੍ਰਭ ਪਾਇਆ। ਉਹ ਕਹਿਣ ਲੱਗੇ ਭਗਤ ਰਵਿਦਾਸ ਜਿਹੜੇ ਚਮੜਿਆਂ ਦੇ ਜੋੜੇ ਗੰਢਦੇ ਪਏ ਨੇ, ਦੇਖੋ ਉਹ ਕਿੱਥੋਂ ਸੋਨਾ ਭੇਟ ਕਰ ਲੈਣਗੇ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਨਿਆ। ਹੁਣ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕੰਚਨ ਸਿਉ ਪਾਈਏ ਨਹੀਂ ਤੋਲ। ਜੇ ਅਸੀਂ ਕਹੀਏ ਕਿ ਕੰਚਨ ਸੋਨਾ ਦਾਨ ਕਰਕੇ ਰੱਬ ਦੀ ਪ੍ਰਾਪਤੀ ਕਰ ਲੈਂਦੇ ਤੇ ਮਲਕ ਭਾਗੋ ਨੇ ਤੇ ਬਦੋ ਬਦੀ ਗੁਰੂ ਨਾਨਕ ਨੂੰ ਆਪਣੇ ਘਰ ਵਿੱਚ ਲੈ ਜਾਣਾ ਸੀ। ਇਤਿਹਾਸ ਪੜ੍ਹਦੇ ਹੋ ਨਾ ਕਿ ਮਲਕ ਭਾਗੋ ਬ੍ਰਹਮ ਭੋਜ ਕਰਦਾ ਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਲੋ ਦੇ ਘਰ ਦੇ ਵਿੱਚ ਨੇ ਤੇ ਸਤਿਗੁਰੂ ਮਹਾਰਾਜ ਨੂੰ ਉਹਨੇ ਸੱਦਾ ਵੀ ਭੇਜਿਆ ਕਿ ਮੇਰੇ ਘਰ ਦੇ ਵਿੱਚ ਆਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ, ਤੇਰੇ ਘਰ ਦੇ ਵਿੱਚ ਆਵਾਂਗਾ, ਜੋ ਧਨ ਤੂੰ ਇਕੱਤਰ ਕੀਤਾ ਉਹ ਧਨ ਤੇਰੀ ਮਿਹਨਤ ਦਾ ਨਹੀਂ ਹੈ, ਉਸ ਧਨ ਦੇ ਵਿੱਚ ਲੋਕਾਂ ਦਾ ਖੂਨ ਰਲਿਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਏ ਨੇ ਕਿ ਕੰਚਨ ਸਿਉ ਪਾਈਏ ਨਹੀਂ ਤੋਲ। ਜੇਕਰ ਅੱਜ ਤੱਕ ਕਿਸੇ ਨੂੰ ਰੱਬ ਪ੍ਰਾਪਤ ਹੋਇਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਨ ਦੇ ਰਾਮ ਲਿਆ ਹੈ ਮੋਲ। ਅਸਲ ਦੇ ਵਿੱਚ ਮਨ ਕੀ ਹੈ ਜੀ? ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਅਸਥਾਨ ਆ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ 57 ਸ਼ਲੋਕ ਨੇ, ਉਹ 57 ਸ਼ਲੋਕਾਂ ਵਿੱਚ ਮਹਾਰਾਜ ਨੇ 25 ਵਾਰ ਜਿਹੜਾ ਹੈ ਉਹ ਮਨ ਨੂੰ ਸੰਬੋਧਨ ਕਰਕੇ ਸ਼ਲੋਕ ਉਚਾਰਨ ਕੀਤਾ। ਕਹੋ ਨਾਨਕ ਭਜ ਹਰ ਮਨਾ, ਰੇ ਮਨਾ ਭਜ ਮਨਾ, ਰਾਮ ਭਜ ਮਨਾ। ਸਤਿਗੁਰ ਮਹਾਰਾਜ ਮਨ ਦੀ ਬਾਰ-ਬਾਰ ਕਰਦੇ ਆਰੰਭਤਾ ਕਰਦੇ ਨੇ ਸ਼ਲੋਕ ਦੀ। ਸਤਿਗੁਰ ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਭਜ ਹਰ ਮਨਾ ਜਿਹ ਬਿਦ। ਉੱਥੇ ਮਨ ਦੀ ਗੱਲ ਕੀਤੀ, ਜਿਹ ਬਿਦ ਜਲ ਕੋ ਮੀਨ। ਤੇ ਅਖੀਰਲਾ ਸ਼ਲੋਕ ਪੜ੍ਹ ਕੇ ਦੇਖੋ, ਉਹਦੇ ਵਿੱਚ ਵੀ ਮਨ ਨੂੰ ਕਹਿੰਦੇ ਪਏ ਨੇ। ਮਹਾਰਾਜ ਕਹਿੰਦੇ ਨੇ ਕਿ ਰਾਮ ਨਾਮ ਉਰਮੈ ਗਹਿਓ। ਸਤਿਗੁਰੂ ਮਹਾਰਾਜ ਕਹਿੰਦੇ ਹਿਰਦੇ ਵਿੱਚ ਉਰ ਦਾ ਭਾਵ ਵੀ ਹਿਰਦਾ ਹੈ, ਉਰ ਦਾ ਭਾਵ ਵੀ ਮਨ ਹੈ। ਤੇ ਅਸਲ ਦੇ ਵਿੱਚ ਇੱਥੇ ਅਸੀਂ ਗੁਰਦੁਆਰੇ ਜਿਹੜਾ ਆਉਣੇ ਪਏ ਆ, ਇਹ ਗੁਰੂ ਨੂੰ ਲੱਭਣ ਵਾਸਤੇ ਨਹੀਂ ਆਉਂਦੇ। ਗੁਰੂ ਗਵਾਚਿਆ ਥੋੜ੍ਹੀ ਹੈ ਕਿ ਗੁਰੂ ਨੂੰ ਲੱਭਾਂਗੇ। ਅਸੀਂ ਅਸਲ ਦੇ ਵਿੱਚ ਮਨ ਨੂੰ ਲੱਭਣ ਵਾਸਤੇ ਆਉਣਾ, ਕਿਉਂਕਿ ਅੱਜ ਅਸੀਂ 1 ਘੰਟਾ ਬੈਠ ਕੇ ਕਥਾ ਸੁਣਾਂਗੇ, ਮਨ ਪਤਾ ਨਹੀਂ ਕਿੰਨੀ ਵਾਰੀ ਬਾਹਰ ਦੌੜ ਜਾਵੇਗਾ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਕਹਿੰਦੇ ਮਨ ਦੀਆਂ ਤੇ ਬਹੁਤ ਸਾਰੀਆਂ ਤਰੰਗਾਂ ਨੇ ਤੇ ਕਿਵੇਂ ਇਹਨਾਂ ਨੂੰ ਕਾਬੂ ਕਰਾਂਗੇ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸਮੇਂ ਦੇ ਬਚਨ ਸਨ, ਮਨ ਲੋਚੇ ਬੁਰਾਈਆਂ ਗੁਰ ਪ੍ਰਸਾਦੀ ਇਹ ਮਨ ਹੋੜੀਏ। ਮਨ ਤੇ ਹਰ ਵੇਲੇ ਚਾਹੁੰਦਾ ਹੈ ਕਿ ਮੈਂ ਪੁੱਠੇ ਪਾਸੇ ਭੱਜ ਜਾਵਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨ ਨੂੰ ਸ਼ਬਦ ਨਾਲ ਘੇਰ ਕੇ ਲੈ ਕੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਜਿਹੜਾ ਹੈ ਇਹ ਗੁਰੂ ਨੂੰ ਤੂੰ ਭੇਟਾ ਕਰਦੇ। ਜਿਹੜਾ ਮਨ ਭੇਟ ਕਰ ਦਿੰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਸ਼ ਨ ਜਨਾਵੇ, ਹਰ ਹਰ ਨਾਮ ਰਿਦੇ ਸਦ ਧਿਆਵੇ, ਮਨ ਵੇਚੇ ਸਤਿਗੁਰ ਕੇ ਪਾਸ, ਮਨ ਦੇ ਰਾਮ ਲਿਆ ਹੈ ਮੋਲ। ਧਿਆਨ ਦਿਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਕਿ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਭਗਤ ਸਾਹਿਬਾਨ ਆਖਦੇ ਪਏ ਨੇ ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਭਗਤ ਰਵਿਦਾਸ ਸਾਹਿਬ ਜੀ ਉਹ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋਂ ਮੋਲ ਮਹਿੰਗੀ ਲਈ ਰਾਮ ਸਟੇ। ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਇੱਥੇ ਹੈ ਕਿ ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਜਿਹੜੇ ਗੁਰੂ ਨੂੰ ਦੇ ਦਿੰਦੇ ਨੇ, ਫਿਰ ਉਹਨਾਂ ਦਾ ਮਨ ਵੀ ਅਮੋਲਕ ਹੋ ਜਾਂਦਾ ਹੈ। ਉਹ ਵੀ ਫਿਰ ਡਿੱਗਦੇ ਨਹੀਂ, ਡੋਲਦੇ ਨਹੀਂ ਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ 3 ਸਿੱਖ ਚੱਲ ਕੇ ਆਏ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ। ਸਭ ਤੋਂ ਪਹਿਲੋਂ ਭਾਈ ਮਤੀ ਦਾਸ ਨੂੰ ਇਸ ਸਾਹਮਣੇ ਚੌਂਕ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਹੈ। ਇਤਿਹਾਸ ਇਹ ਗੱਲ ਆਖਦਾ ਹੈ ਕਿ ਸੀਸ ਦੇ ਉੱਪਰ ਆਰਾ ਰੱਖ ਦਿੱਤਾ ਗਿਆ। ਹੁਣ ਦੇਖੋ, ਜਿਨ੍ਹਾਂ ਨੇ ਮਨ ਗੁਰੂ ਨੂੰ ਵੇਚਿਆ ਉਹਨਾਂ ਦੀ ਅਵਸਥਾ ਦੇਖੋ।
ਸੰਸਾਰੀ ਬੰਦਾ 4% ਵੱਧ ਮਿਲ ਜਾਣ ਤੇ ਉਸ ਪਾਸੇ ਨੂੰ ਮਨ ਵੇਚ ਆਉਂਦਾ ਹੈ, ਆਪਣਾ ਸਾਰਾ ਕੁਝ ਹੀ ਵੇਚ ਕੇ ਰੱਖ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਨ ਗੁਰੂ ਨੂੰ ਵੇਚ ਦਿੱਤਾ ਉਹਨਾਂ ਦੇ ਜੀਵਨ ਵਿੱਚ ਕਦੀ ਕਮੀ ਨਹੀਂ, ਤੇ ਉਹ ਡਿੱਗਦੇ ਤੇ ਡੋਲਦੇ ਨਹੀਂ ਕਦੀ ਵੀ। ਭਾਈ ਸਾਹਿਬ ਦੇ ਸੀਸ ਦੇ ਵਿੱਚ ਵਿਚਕਾਰ ਆਰਾ ਰੱਖ ਦਿੱਤਾ ਗਿਆ। ਹੁਣ ਜਿਵੇਂ ਲੱਕੜ ਨੂੰ ਕੱਟਦੇ ਨੇ, ਉਵੇਂ ਦੋ ਜਿਹੜੇ ਨੇ ਜਲਾਦ ਆਸੇ ਪਾਸੇ ਖਲੋਤੇ ਨੇ ਆਮੋ ਸਾਹਮਣੇ। ਉਹ ਕਹਿੰਦੇ ਨੇ ਬਾਬਾ ਦੇਖ ਤੇਰਾ ਸਰੀਰ ਕੱਟਿਆ ਜਾਣਾ, ਜੇਕਰ ਤੂੰ ਧਰਮ ਆਪਣਾ ਛੱਡ ਦੇਵੇਂ ਤੈਨੂੰ ਅਸੀਂ ਧਨ ਦੌਲਤ ਨਾਲ ਨਿਵਾਜ ਦੇਵਾਂਗੇ, ਜੇਕਰ ਤੂੰ ਆਪਣੇ ਧਰਮ ਦੇ ਉੱਤੇ ਖਲੋਤਾ ਰਿਹਾ ਤੇ ਤੇਰੇ ਸਰੀਰ ਦੇ 2 ਟੁਕੜੇ ਕਰਾਂਗੇ। ਕੋਈ ਆਖਰੀ ਇੱਛਾ? ਭਾਈ ਮਤੀ ਦਾਸ ਨੇ ਕਿਹਾ ਸੀ ਬਸ ਇੱਕੋ ਹੀ ਆ ਜੀ। ਕਹਿੰਦੇ ਕੀ? ਕਹਿੰਦੇ ਜਦੋਂ ਆਰਾ ਚਲਾਓਗੇ ਤੇ ਆਰੇ ਦਾ ਚੀਰ ਸਿੱਧਾ ਪਾਇਓ। ਉਹ ਕਹਿੰਦੇ ਕਿਉਂ? ਆਰਾ ਚਲਾਵਾਂਗੇ ਤੇ ਤੇਰਾ ਸਰੀਰ 2 ਫਾੜ ਹੋ ਜਾਣਾ ਹੈ, ਤੂੰ ਕੀ ਚੀਰ ਤੋਂ ਲੈਣਾ? ਉਹ ਕਹਿੰਦਾ ਇਸ ਚੀਰ ਦੇ ਉੱਪਰ, ਇਸ ਧੜਾਂ ਦੇ ਉੱਪਰ ਮੇਰੀ ਕੌਮ ਦੀ ਨੀਂਹ ਰੱਖੀ ਜਾਣੀ ਆ। ਕੱਲ ਨੂੰ ਕੋਈ ਇਹ ਨਾ ਸੋਚੇ ਕਿ ਸਿਰ ਕਟਾਉਣ ਲੱਗਿਆਂ, ਸਰੀਰ ਨੂੰ 2 ਫਾੜ ਕਰਾਉਣ ਲੱਗਿਆਂ ਕਿਤੇ ਡੋਲ ਗਿਆ ਸੀ ਸਿੱਖ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨ ਨੂੰ ਲੱਭਣਾ ਹੈ। ਕਾਹੇ ਰੇ ਬਨ ਖੋਜਨ ਜਾਈ, ਗੁਰੂ ਤੇਗ ਬਹਾਦਰ ਮਹਾਰਾਜ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਮਦ ਜਿਉ ਬਾਸ ਬਸਤ ਹੈ। ਇਹ ਮਨ ਨੂੰ ਲੱਭਣਾ ਕਿੱਥੇ? ਮਨ ਕਿਵੇਂ ਭੇਟ ਕਰਾਂਗੇ ਜੀ? ਸਰੀਰ ਜਿਹੜਾ ਸਾਡੇ ਕੋਲ ਹੈ ਨਾ, ਇਸ ਦੇ ਵਿੱਚ ਮਨ ਕਿਤੇ ਉਹ ਨਹੀਂ ਲੱਭਦਾ ਪਿਆ। ਜਿਹੜਾ ਮਨ ਹੈ ਉਹ ਕੋਈ ਸਰੀਰਕ ਅੰਗ ਨਹੀਂ ਕਿ ਉਹਨੂੰ ਅਸੀਂ ਸਰੀਰ ਦੇ ਵਿੱਚੋਂ ਲੱਭ ਸਕਦੇ ਹਾਂ। ਮਨ ਜਿਹੜਾ ਹੈ ਉਹ ਅਸਥੂਲ ਹੈ, ਸਥੂਲ ਨਹੀਂ ਹੈ। ਮਨ ਨੂੰ ਕਿਸੇ ਵੀ ਤਰੀਕੇ ਨਾਲ ਲੱਭਿਆ ਨਹੀਂ ਜਾ ਸਕਦਾ। ਮਨ ਜਿਹੜਾ ਹੈ ਇਹ ਖਿਆਲਾਂ ਦਾ ਇੱਕ ਘਰ ਹੈ, ਜਾਂ ਇਵੇਂ ਕਹਿ ਲਓ ਕਿ ਜਿਵੇਂ ਮਾਂ ਹੁੰਦੀ ਹੈ ਨਾ, ਮਾਂ ਦੇ ਬਹੁਤ ਸਾਰੇ ਬੱਚੇ ਹੋਵਣ, ਇਸੇ ਤਰ੍ਹਾਂ ਮਨ ਆ, ਮਨ ਦੇ ਵਿੱਚੋਂ ਬਹੁਤ ਸਾਰੇ ਬੱਚੇ ਨਿੱਤ ਪੈਦਾ ਹੁੰਦੇ ਨੇ, ਹਰ ਘੜੀ ਪੈਦਾ ਹੁੰਦੇ ਨੇ, ਜਿਨ੍ਹਾਂ ਬੱਚਿਆਂ ਨੂੰ ਕਹਿੰਦੇ ਨੇ ਸੰਕਲਪ ਤੇ ਵਿਕਲਪ। ਜਿਨ੍ਹਾਂ ਬੱਚਿਆਂ ਨੂੰ ਇਹ ਆਖਦੀ ਹੈ ਕਿ ਇਹ ਫੁਰਨੇ ਆ ਜੀ, ਚੰਗੇ ਤੇ ਮਾੜੇ ਫੁਰਨੇ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਸ਼ਾਈ। ਮੂਕਰ ਸ਼ੀਸ਼ੇ ਨੂੰ ਆਖਦੇ ਆ ਜੀ। ਹੁਣ ਦੇਖੋ ਸ਼ੀਸ਼ੇ ਦੇ ਸਾਹਮਣੇ ਖੜੇ ਹੋਵੋਗੇ ਤੇ ਸਾਡੀ ਪਰਛਾਈ ਸ਼ੀਸ਼ਾ ਦਿਖਾਉਂਦਾ ਹੈ ਨਾ, ਤੇ ਜੇਕਰ ਕੋਈ ਕਵੇ ਕਿ ਸ਼ੀਸ਼ਾ ਤੋੜ ਕੇ ਅਸੀਂ ਪਰਛਾਈ ਨੂੰ ਬਾਹਰ ਕੱਢ ਦੇਵਾਂਗੇ, ਸ਼ੀਸ਼ਾ ਤਾਂ ਟੁੱਟ ਸਕਦਾ, ਪਰਛਾਈ ਫਿਰ ਕਾਬੂ ਨਹੀਂ ਆਵੇਗੀ। ਮਹਾਰਾਜ ਕਹਿੰਦੇ ਨੇ ਰੱਬ ਤੇ ਇਵੇਂ ਅੰਦਰ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ। ਮਹਾਰਾਜ ਕਹਿੰਦੇ ਪਏ ਨੇ ਗੁਰੂ ਤੇਗ ਬਹਾਦਰ, ਰੱਬ ਤਾਂ ਇਵੇਂ ਤੇਰੇ ਕੋਲ ਹੈ ਜਿਵੇਂ ਸ਼ੀਸ਼ੇ ਦਰਪਣ ਦੇ ਵਿੱਚ ਪਰਛਾਈ ਸਮਾਈ ਪਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਆਖਦੇ ਨੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮਹਾਰਾਜ ਕਹਿੰਦੇ ਪਏ ਨੇ ਕੰਚਨ ਸਿਉ ਪਾਈਏ ਨਹੀਂ ਤੋਲ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਮਨ ਵਰਗੇ ਬਹੁਤ ਸਾਰੇ ਐਸੇ ਹੋਏ ਨੇ ਜਿਹੜੇ ਇਹ ਸੋਚਣ ਕਿ ਅਸੀਂ ਮੁੱਲ ਦੇ ਕੇ ਰੱਬ ਖਰੀਦ ਸਕਦੇ ਹਾਂ। ਬਿਲਕੁਲ ਨਹੀਂ ਜੀ, ਖਰੀਦਿਆ ਜਾ ਸਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਪਏ ਨੇ ਮਨ ਦੇ ਰਾਮ ਲਿਆ ਹੈ ਮੋਲ। ਹੁਣ ਜਿਨ੍ਹਾਂ ਨੇ ਮਨ ਦੇ ਕੇ ਰੱਬ ਦੀ ਪ੍ਰਾਪਤੀ ਕੀਤੀ ਆ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਵੈਸੇ ਮਨ ਜਿਹੜਾ ਹੈ ਨਾ ਇਹ ਬੜੀ ਵੱਡੀ ਤਾਕਤ ਹੈ। ਜੇ ਕਾਬੂ ਦੇ ਵਿੱਚ ਆ ਜਾਵੇ ਤੇ ਇਹਦੇ ਵਰਗਾ ਮਿੱਤਰ ਕੋਈ ਨਹੀਂ ਆ, ਤੇ ਜੇ ਕਾਬੂ ਤੋਂ ਬਾਹਰ ਨਿਕਲ ਜਾਵੇ ਫਿਰ ਇਹਦੇ ਵਰਗਾ ਦੁਸ਼ਮਣ ਕੋਈ ਨਹੀਂ। ਸੰਗਤ ਵਿੱਚ ਬੈਠਿਆਂ ਵੀ ਮਨ ਜਿਹੜਾ ਹੈ ਦੁਕਾਨ ਤੇ ਚਲੇ ਜਾਂਦਾ ਹੈ। ਇੱਕ ਵਿਦਵਾਨ ਸੱਜਣ ਲਿਖਦਾ ਹੈ, ਉਹ ਕਹਿਣ ਲੱਗਾ ਕਿ ਮਾਲਾ ਤੋਂ ਕਰਮੇ ਫਿਰੇ, ਕਰ ਹੱਥ, ਕਹਿਣ ਲੱਗੇ ਮਾਲਾ ਜਿਹੜੀ ਸੀ ਉਹ ਹੱਥ ਵਿੱਚ ਫੇਰਦਾ ਪਿਆ ਹੈ। ਜੀਭ ਫਿਰੇ ਮੁਖ ਮਾਹੇ, ਤੇ ਜੀਭ ਦੇ ਨਾਲ ਕੁਝ ਜਪਦਾ ਵੀ ਪਿਆ, ਨਾਲੇ ਮਾਲਾ ਦੇ ਮਨਕੇ ਫੇਰਦਾ ਹੈ ਤੇ ਨਾਲੇ ਜੀਭ ਦੇ ਨਾਲ ਜਪੀ ਜਾਂਦਾ ਹੈ। ਤੇ ਉਹ ਵਿਦਵਾਨ ਸੱਜਣ ਇਹ ਗੱਲ ਆਖਦਾ ਹੈ, ਮਨੂਆਂ ਤੋਂ ਦਹਿ ਦਿਸ ਫਿਰੇ ਐਸੇ ਸਿਮਰਨ ਨਾਹੇ। ਉਹ ਕਹਿੰਦੇ ਆ ਮਨ ਜਿਹੜਾ ਹੈ ਨਾ ਜੀ, ਇਹ 4 ਦਿਸ਼ਾ ਛੱਡੋ, ਇਹ 10 ਦਿਸ਼ਾ ਵਾਲੇ ਪਾਸੇ ਦੌੜਦਾ ਹੈ। 10 ਦਿਸ਼ਾ ਨੂੰ ਆਖਦੇ ਨੇ ਜਿਵੇਂ ਉੱਤਰ, ਦੱਖਣ, ਪੂਰਬ, ਪੱਛਮ, ਇਹ 4 ਦਿਸ਼ਾਵਾਂ ਨੇ। ਇਹਨਾਂ 4 ਦਿਸ਼ਾਵਾਂ ਦਾ ਵਿਚਲਾ ਜਿਹੜਾ ਹਿੱਸਾ ਹੈ ਉਹਨੂੰ ਈਸ਼ਾਨ ਕੋਣ ਆਖਦੇ, ਉਹ ਵੀ ਦਿਸ਼ਾ ਗਿਣੀ ਜਾਂਦੀ ਆ। ਇੱਕ ਅਸਮਾਨ ਤੇ ਇੱਕ ਧਰਤੀ,
ਕਹਿਣ ਲੱਗੇ ਮਨੁਆ ਤੋਂ ਦਹਿ ਦਿਸ ਫਿਰੇ ਐਸੇ ਸਿਮਰਨ ਨਾਹੇ। ਮਨ ਦਾ ਸੁਭਾਅ ਹੀ ਇਵੇਂ ਬਣਦਾ ਕਿ ਮਨ ਜਿਹੜੇ ਕੌਲ ਕਰਦਾ ਹੈ ਉਹਦੇ ਤੇ ਪੂਰਾ ਨਹੀਂ ਉਤਰਦਾ। ਇਕਬਾਲ ਬੜਾ ਉਪਦੇਸ਼ਕ ਹੈ, ਬਾਤੋਂ ਸੇ ਮਨ ਮੋਹ लेता है। गुफ्तार का गाजी बन तो गया, किरदार का गाजी बन ना सका। मन ਉਹ ਖਿਆਲਾਂ ਦਾ ਇੱਕ ਘਰ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਪਏ ਨੇ ਕਿ ਮਨ ਦੇ ਰਾਮ ਲਿਆ ਹੈ ਮੋਲ। ਜੇਕਰ ਮਨ ਤੂੰ ਭੇਟਾ ਕਰ ਦੇਵੇਂ ਤੇ ਇਹਦੇ ਬਦਲੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਮਨ ਦਿੱਤਾ ਉਹਨਾਂ ਦੇ ਸਿਰ ਜਿਹੜੇ ਸੀ ਭਾਵੇਂ ਧੜ ਤੋਂ ਵੱਖ ਹੋ ਗਏ, ਉਹ ਧੜਾਂ ਨੂੰ ਸੀਸ ਨੂੰ ਤਲੀ ਦੇ ਉੱਤੇ ਧਰ ਕੇ ਵੀ ਉਹਨਾਂ ਨੇ ਬਾਣੀ ਦੇ ਅਰਥ ਕਰ ਦਿੱਤੇ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਬਾਬਾ ਦੀਪ ਸਿੰਘ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਏ ਨੇ ਕਿ ਰੱਬ ਨੂੰ ਜੇਕਰ ਪ੍ਰਾਪਤ ਕਰਨਾ ਹੈ ਤੇ ਰੱਬ ਤੇਰੇ ਅੰਦਰ ਬੈਠਾ ਹੋਇਆ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਤਰੀਕਾ ਕੀ ਹੈ ਜੀ ਇਹਦੇ ਵਿੱਚ? ਮਨ ਦਿਸਦਾ ਕੋਈ ਨਹੀਂ। ਮਨ ਨੂੰ ਕਾਬੂ ਕਿਵੇਂ ਕਰੀਏ ਤੇ ਮਨ ਨੂੰ ਕਾਬੂ ਕਰਕੇ ਗੁਰੂ ਦੇ ਅੱਗੇ ਭੇਟਾ ਕਿਵੇਂ ਕਰੀਏ? ਇਹਦੇ ਤੋਂ ਸਭ ਤੋਂ ਪਹਿਲਾਂ ਜਿਹੜਾ ਆਰੰਭਤਾ ਕਰਦੇ ਆ ਨਾ, ਉਹਦੀ ਹੁੰਦੀ ਆਰੰਭਤਾ ਕਿ ਆਪਣਾ ਜਦੋਂ ਤੁਸੀਂ ਬੈਠਦੇ ਹੋ ਉਦੋਂ ਆਪਣੇ ਖਿਆਲਾਂ ਤੇ ਖਿਆਲ ਰੱਖਣਾ, ਧਿਆਨ ਰੱਖਣਾ ਸ਼ੁਰੂ ਕਰ ਦਿਓ। ਬਾਬਾ ਫਰੀਦ ਸਾਹਿਬ ਆਖਦੇ ਨੇ, ਆਪ ਸਵਾਰੇ ਮੈਂ ਮਿਲੇ। ਜਿੱਦਣ ਤੂੰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ, ਪਰਮਾਤਮਾ ਅੱਲਾ ਖੁਦਾ ਪੁਕਾਰ ਕੇ ਕਹਿੰਦਾ, ਫਰੀਦ ਜਿੱਦਣ ਤੂੰ ਆਪਣੇ ਆਪ ਦੀ ਸੰਭਾਲ ਕਰੇਗਾ ਉਦੋਂ ਮੇਰੀ ਪ੍ਰਾਪਤੀ ਹੋ ਜਾਏਗੀ। ਮਨ ਵਿੱਚ ਸਤਿਗੁਰੂ ਕੇ ਪਾਸ। ਕਹਿਣ ਲੱਗੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ। ਜੇ ਮਨ ਤੂੰ ਗੁਰੂ ਨੂੰ ਭੇਟਾ ਕਰ ਦਵੇਂ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਪਈ ਸਭ ਜਗ ਤੇਰਾ ਹੋਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਨੇ। ਸਤਿਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਲਾਹੌਰ ਭੇਜਿਆ, ਭਾਈ ਭਗੀਰਥ ਉਹਨਾਂ ਦਾ ਨਾਮ ਸੀ। ਕਿਸੇ ਦੇ ਵਿਆਹ ਦੇ ਵਾਸਤੇ ਕੁਝ ਸਮਾਨ ਇਕੱਠਾ ਕਰਨਾ ਸੀ। ਜਿਸ ਦੁਕਾਨ ਤੋਂ ਸਮਾਨ ਲਿਆ ਉਸ ਦੁਕਾਨਦਾਰ ਦਾ ਨਾਮ ਸੀ ਭਾਈ ਮਨਸੁਖ। ਉਹਨੇ ਕਿਹਾ ਜੀ ਇੱਕ ਦਿਨ ਹੋਰ ਰੁਕੋ, ਸਾਰਾ ਸਮਾਨ ਮੈਂ ਤਿਆਰ ਕਰਵਾ ਕੇ ਤੁਹਾਨੂੰ ਦੇ ਦੇਵਾਂਗਾ। ਭਾਈ ਭਗੀਰਥ ਕਹਿੰਦੇ ਨਹੀਂ, ਮੇਰੇ ਗੁਰੂ ਦਾ ਹੁਕਮ ਆ, ਮੈਂ ਰੁਕ ਨਹੀਂ ਸਕਦਾ। ਉਹਨਾਂ ਕਿਹਾ ਸੀ ਰਾਤ ਲਾਹੌਰ ਨਹੀਂ ਰਹਿਣਾ। ਭਾਈ ਮਨਸੁਖ ਹੈਰਾਨ ਹੋ ਕੇ ਕਹਿੰਦੇ ਨੇ ਅੱਜ ਦੇ ਸਮੇਂ ਵੀ ਇੱਦਾਂ ਦੇ ਗੁਰੂ ਹਨ ਜਿਨ੍ਹਾਂ ਤੇ ਲੋਕ ਭਰੋਸਾ ਕਰ ਸਕਣ? ਉਹਨੇ ਕਿਹਾ ਹਾਂ, ਮੇਰਾ ਗੁਰੂ ਨਾਨਕ ਇਵੇਂ ਦਾ ਹੀ ਹੈ, ਉਹਦੇ ਤੇ ਪੂਰਨ ਭਰੋਸਾ ਕਰ ਸਕੀਦਾ ਹੈ। ਉਹਨੇ ਕਿਹਾ ਕਿ ਤੇਰਾ ਗੁਰੂ ਜੇ ਪੂਰਾ ਹੈ ਤੇ ਮੈਂ ਮਿਲਣਾ ਜ਼ਰੂਰ ਚਾਹਾਂਗਾ। ਭਾਈ ਮਨਸੁਖ ਫਿਰ ਲਾਹੌਰ ਤੋਂ ਸੁਲਤਾਨਪੁਰ ਲੋਧੀ ਆਉਂਦੇ ਨੇ ਔਰ ਨਾਲ ਇਹ ਗੱਲ ਆਖ ਦਿੱਤੀ ਕਿ ਜੇ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਨਾਮ ਨੂੰ ਲੈ ਕੇ ਮੈਨੂੰ ਪੁਕਾਰ ਲੈਣ, ਮੈਨੂੰ ਬੁਲਾ ਲੈਣ, ਮੈਂ ਮੰਨ ਜਾਵਾਂਗਾ ਕਿ ਗੁਰੂ ਸਮਰੱਥ ਹੈ। ਭਾਈ ਮਨਸੁਖ ਆਏ, ਪਿੱਛੇ ਜਾ ਕੇ ਬੈਠ ਕੇ ਸੰਗਤ ਵਿੱਚ ਭਾਈ ਭਗੀਰਥ ਨੇ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਕਹਿੰਦੇ ਨੇ ਭਗੀਰਥ ਜਿਨ੍ਹਾਂ ਨੂੰ ਨਾਲ ਲੈ ਕੇ ਆਈਏ ਉਹਨਾਂ ਨੂੰ ਪਿੱਛੇ ਨਹੀਂ ਛੱਡ ਕੇ ਆਈਦਾ। ਸਤਿਗੁਰੂ ਮਹਾਰਾਜ ਨੇ ਫਿਰ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਿਹਾ ਮਨਸੁਖ ਤੁਸੀਂ ਵੀ ਅੱਗੇ ਆਓ। ਭਾਈ ਮਨਸੁਖ ਦਾ ਹਿਰਦਾ ਉਸੇ ਵੇਲੇ ਗੁਰੂ ਚਰਨਾਂ ਵਿੱਚ ਝੁਕ ਗਿਆ, ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਨਸੁਖ ਜੀ ਮਹਾਰਾਜ ਕਹਿਣ ਲੱਗੇ ਨਾਮ ਮਨ ਸੁਖ ਹੈ, ਮਨ ਦਾ ਸੁਖ ਵੀ ਕੋਲ ਹੈ। ਦੇਖੋ ਨਾਮ ਮਨ ਸੁਖ ਹੈ ਤੇ ਮਹਾਰਾਜ ਪੁੱਛਦੇ ਨੇ ਕਿ ਨਾਮ ਤੇ ਮਨ ਸੁਖ ਰੱਖ ਲਿਆ, ਮਨ ਦਾ ਸੁਖ ਹੈ? ਹੱਥ ਜੋੜ ਕੇ ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਮਨ ਦਾ ਕੋਈ ਸੁੱਖ ਨਹੀਂ ਮੇਰੇ ਕੋਲ। ਗੁਰੂ ਨਾਨਕ ਦੇਵ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ, ਮਨ ਦਾ ਸੁੱਖ ਪ੍ਰਾਪਤ ਹੋਇਆ। ਫਿਰ ਉਸ ਦਿਨ ਜਿਹੜੇ ਸਨ ਭਾਈ ਮਨਸੁਖ ਜਿਹੜੇ ਸਨ ਉਹ ਵਪਾਰ ਕਰਦੇ ਸੀ ਤੇ ਵਪਾਰ ਕਰਨ ਵਾਸਤੇ ਨਾ ਉਹ ਸ਼੍ਰੀਲੰਕਾ ਜਾਂਦੇ ਨੇ। ਉੱਥੇ ਸ਼ਿਵਨਾਬ ਰਾਜੇ ਨਾਲ ਮੁਲਾਕਾਤ ਹੋਈ, ਉਹਨਾਂ ਨੂੰ ਜੇਲ੍ਹ ਵਿੱਚ ਵੀ ਪਾਇਆ ਗਿਆ ਭਾਈ ਮਨਸੁਖ ਨੂੰ। ਪਰ ਸਿੱਖ ਦਾ ਪ੍ਰੇਮ ਦੇਖ ਕੇ ਗੁਰੂ ਦੇ ਨਾਲ ਸ਼ਿਵਨਾਬ ਵੀ ਝੁਕ ਗਿਆ ਸਿੱਖ ਦੇ ਅੱਗੇ। ਉਹਨੇ ਕਿਹਾ ਕਿ ਤੇਰਾ ਗੁਰੂ ਕੌਣ ਆ? ਸ਼ਿਵਨਾਬ ਨੇ। ਸ਼੍ਰੀਲੰਕਾ ਦਾ ਰਾਜਾ ਪੁੱਛਦਾ ਪਿਆ ਇਹ ਤੇਰਾ ਗੁਰੂ ਕੌਣ ਹੈ? ਤੇ ਉਹਨੇ ਕਿਹਾ ਜੀ ਧੰਨ ਗੁਰੂ ਨਾਨਕ। ਕਹਿੰਦਾ ਮੈਨੂੰ ਨਾਲ ਲੈ ਕੇ ਚੱਲ, ਮੈਂ ਮਿਲਣਾ ਚਾਹੁੰਦਾ ਹੈ।
ਉਹ ਕਹਿੰਦੇ ਨਹੀਂ, ਤੈਨੂੰ ਜਾਣ ਦੀ ਲੋੜ ਨਹੀਂ, ਤੂੰ ਇੱਥੇ ਬੈਠ ਕੇ ਯਾਦ ਕਰ, ਗੁਰੂ ਨਾਨਕ ਆਪ ਆਉਣਗੇ। ਗੁਰੂ ਨਾਨਕ ਦੇਵ ਮਹਾਰਾਜ ਚਲੋ ਜਦੋਂ ਜਾਂਦੇ ਨੇ, ਬਹੁਤ ਲੰਮਾ ਚੌੜਾ ਇਤਿਹਾਸ ਲਿਖਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗਏ, ਉਸ ਵੇਲੇ ਕਹਿਣ ਲੱਗੇ ਕਿ ਇਹਨੇ ਜਾ ਕੇ ਜਦੋਂ ਨਮਸਕਾਰ ਕੀਤੀ, ਪਹਿਲੋਂ ਕੁਝ ਸੁੰਦਰ ਇਸਤਰੀਆਂ ਭੇਜਣੀਆਂ, ਕਿਉਂਕਿ ਪਖੰਡ ਬਹੁਤ ਸੀ ਨਾ ਉਸ ਵੇਲੇ। ਲੋਕਾਂ ਨੇ ਗੁਰੂ ਨਾਨਕ ਦੇ ਨਾਮ ਦੇ ਥੱਲੇ ਪਖੰਡ ਚਲਾਉਣਾ ਸ਼ੁਰੂ ਕੀਤਾ। ਉਹ ਥੱਕ ਹਾਰ ਕੇ ਉਹਨੇ ਕੁਝ ਇਸਤਰੀਆਂ ਭੇਜ ਦੇਣੀਆਂ, ਉਹਨਾਂ ਨੱਚਣਾ ਗਾਉਣਾ ਭੇਟਾ ਰੱਖਣੀ। ਉਹ ਜਿਹੜੇ ਪਖੰਡੀ ਸੀ ਉਹਨਾਂ ਨੇ ਲੈ ਕੇ ਚਲੇ ਜਾਣਾ। ਜਿੱਦਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਉਂਦੇ ਨੇ, ਉਦਣ ਵੀ ਉਹ ਕੜੀਆਂ ਡਾਂਸ ਕਰਨ ਵਾਸਤੇ, ਨੱਚਣ ਵਾਸਤੇ ਆਈਆਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਸ਼ੋਬੋ ਪੁੱਤਰੀ ਰਾਜਕੁਮਾਰ, ਕਹਿੰਦੇ ਧੀਆਂ ਪਿਤਾ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਆਉਂਦੀਆਂ। ਸਿਰ ਝੁਕ ਗਿਆ ਨਮਸਕਾਰ ਕਰਕੇ। ਉਹ ਸ਼ਿਵਨਾਬ ਦੇ ਕੋਲ ਗਏ ਤੇ ਆਖਿਆ, ਕਹਿਣ ਲੱਗੇ, ਸੱਚੀ ਮੁੱਚੀ ਅੱਜ ਦੀਨ ਦੁਨੀ ਦਾ ਪਾਤਸ਼ਾਹ ਆ ਚੁੱਕਿਆ ਹੈ, ਜਗਤ ਗੁਰੂ ਨਾਨਕ ਆਇਆ ਹੈ। ਉਹ ਆਇਆ ਸ਼ਿਵਨਾਬ ਜੀ। ਸ਼ਿਵਨਾਬ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਇੰਨਾ ਪ੍ਰੇਮ ਸੀ ਜਿਹੜਾ ਅੱਖਾਂ ਦੇ ਵਿੱਚੋਂ ਨਿਕਲ ਤੁਰਿਆ। ਬਿਹਬਲ ਹੋ ਕੇ ਅੱਖਾਂ 'ਚ ਅਥਰੂ ਡਿੱਗੇ। ਸਤਿਗੁਰੂ ਮਹਾਰਾਜ ਚਰਨਾਂ ਦੇ ਵਿੱਚ ਸੀਸ ਰੱਖਣ ਤੋਂ ਬਾਅਦ ਕਹਿੰਦਾ, ਮਹਾਰਾਜ ਮੈਂ ਕੁਝ ਭੇਟਾ ਕਰਨੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੀ ਭੇਟ ਕਰੇਂਗਾ? ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਦਾ, ਮਹਾਰਾਜ ਜੋ ਤੁਸੀਂ ਆਖੋ ਮੈਂ ਉਹ ਭੇਟ ਕਰ ਦੇਵਾਂਗਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸ਼ਿਵਨਾਬ ਜੋ ਤੇਰਾ ਹੈ ਉਹ ਤੂੰ ਮੈਨੂੰ ਭੇਟ ਕਰ ਸਕਦਾ, ਮੈਂ ਦੂਸਰੇ ਦੀ ਵਸਤੂ ਨਹੀਂ ਲੈਂਦਾ। ਉਹ ਸ਼ਿਵਨਾਬ ਕਹਿੰਦਾ, ਮੇਰਾ ਰਾਜ ਭਾਗ, ਮੈਂ ਧਨ ਦੌਲਤ ਜਿੰਨੀ ਕਹੋ। ਮਹਾਰਾਜ ਕਹਿੰਦੇ ਨੇ, ਤੂੰ ਪੈਸੇ ਨਾਲ ਲੈ ਕੇ ਥੋੜ੍ਹੀ ਜੰਮਿਆ ਹੈ, ਇਹ ਤੇਰੇ ਮਾਤਾ ਪਿਤਾ ਦੇ, ਤੇਰੇ ਪਿਤਾ ਵੀ ਰਾਜਾ ਸੀ, ਤੇਰਾ ਦਾਦਾ ਵੀ ਰਾਜਾ ਸੀ, ਇਹ ਤੈਨੂੰ ਵਿਰਾਸਤ ਦੇ ਵਿੱਚ ਧਨ ਮਿਲਿਆ ਹੈ। ਫਿਰ ਦੂਸਰੀ ਗੱਲ ਉਹਨੇ ਆਖੀ, ਕਹਿਣ ਲੱਗਾ, ਮਹਾਰਾਜ ਮੈਂ ਸਰੀਰ ਅਰਪਣ ਕਰ ਦੇਵਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਸਰੀਰ ਵੀ ਤਾਂ ਮਾਤਾ ਪਿਤਾ ਦੇ ਸੰਜੋਗ ਤੋਂ ਹੀ ਪ੍ਰਾਪਤ ਹੋਇਆ ਨਾ, ਇਹ ਵੀ ਤਾਂ ਤੇਰਾ ਆਪਣਾ ਨਹੀਂ। ਕਹਿੰਦਾ ਹੱਥ ਜੋੜ ਕੇ ਆਖਦਾ, ਮਹਾਰਾਜ ਤੁਸੀਂ ਦੱਸੋ ਕੀ ਭੇਟਾ ਕਰਾਂ? ਮਹਾਰਾਜ ਕਹਿੰਦੇ, ਜੇ ਭੇਟ ਹੀ ਕੁਝ ਗੁਰੂ ਨੂੰ ਕਰਨਾ ਤੇ ਆਪਣਾ ਮਨ ਭੇਟਾ ਕਰ, ਜਿਹੜਾ ਤੇਰਾ ਆਪਣਾ ਹੈ। ਬਾਣੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਬੰਦਾ ਦੁਨਿਆਵੀ ਹੋ ਜਾਂਦਾ ਹੈ, ਪੈਸੇ ਦੀ ਦੌੜ ਲੱਗਦੀ ਪਈ ਆ ਨਾ, ਉਸ ਵੇਲੇ ਕਹਿਣ ਲੱਗੇ ਕਿ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਉਹ ਸਾਰਾ ਕੁਝ ਕਹਿੰਦਾ ਮੇਰਾ ਏ। ਪਰ ਜਦੋਂ ਰੱਬ ਦੀ ਗੱਲ ਆਉਂਦੀ, ਕਹਿੰਦੇ ਨਹੀਂ ਉਹ ਨਹੀਂ ਮੇਰਾ ਜੀ। ਸਤਿਗੁਰੂ ਮਹਾਰਾਜ ਕਹਿੰਦੇ, ਮਨ ਵੇਚੇ ਸਤਿਗੁਰ ਕੇ ਪਾਸ। ਮਹਾਰਾਜ ਅੱਜ ਕਹਿੰਦੇ ਪਏ ਨੇ, ਮਨ ਦੇ ਰਾਮ ਲਿਆ ਹੈ ਮੋਲ। ਰਾਮ ਦੇ ਅੱਗੇ ਮਨ ਭੇਟਾ ਕਰ ਦਿੱਤਾ। ਤੇ ਜਿਸ ਨੇ ਮਨ ਭੇਟਾ ਕੀਤਾ, ਕਹਿਣ ਲੱਗੇ ਜੀ ਗੁਰੂ ਨੇ ਉਹਦੇ ਉੱਤੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਅੱਗੇ ਭਗਤ ਸਾਹਿਬ ਆਖਦੇ ਨੇ, ਅਬ ਮੋਹਿ ਰਾਮ ਆਪਣਾ ਕਰ ਜਾਣਿਆ। ਆਪਣਾ ਕਰ ਜਾਣਿਆ ਤੋਂ ਭਾਵ ਹੈ ਕਿ ਮੈਂ ਹੁਣ ਰੱਬ ਨੂੰ ਆਪਣਾ ਬਣਾ ਲਿਆ ਹੈ। ਹੁਣ ਉਹਦੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਹੀਲਾ ਵਸੀਲਾ ਨਹੀਂ ਹੈ। ਹੁਣ ਮੇਰਾ ਕੇਵਲ ਪਰਮਾਤਮਾ ਹੈ। ਕਿਉਂਕਿ ਅਸੀਂ ਮਨ ਨੂੰ ਖੋਜਦੇ ਪਏ ਹਾਂ, ਲੱਭਦੇ ਪਏ ਹਾਂ। ਤੇ ਮਹਾਰਾਜ ਕਹਿੰਦੇ, ਇਹ ਆਨੜੀਏ ਮਾਨੜਾ ਕਾਹੇ ਕਰੇ, ਆਪਨੜੇ ਕਰ ਹਰ ਰੰਗੋ ਮਾਨੇ। ਲੱਗੇ ਤੇਰੇ ਘਰ ਦੇ ਵਿੱਚ ਸ਼ੋਹ ਨੇੜੇ, ਤਨ ਕਮਲੀਏ ਬਾਹਰ ਕਿਆ ਢੂੰਡੇ। ਤੇ ਜਿਹਨੇ ਲੱਭ ਲਿਆ ਉਹ ਕਹਿੰਦਾ ਪਿਆ ਏ, ਅਬ ਮੋਹਿ ਰਾਮ ਆਪਣਾ ਕਰ ਜਾਣਿਆ। ਮੈਂ ਰਾਮ ਨੂੰ ਆਪਣਾ ਕਰਕੇ ਜਾਣ ਲਿਆ, ਪ੍ਰਾਪਤੀ ਮੈਨੂੰ ਹੋ ਗਈ। ਸਹਿਜ ਸੁਭਾਏ ਮੇਰਾ ਮਨ ਮਾਨਿਆ। ਸਹਿਜ ਸੁਭਾਏ ਦੋ ਅਰਥ ਹੁੰਦੇ ਨੇ ਸੁੱਤੇ ਸਿੱਧ ਹੀ। ਦੇਖੋ, ਜਦੋਂ ਕਿਸਾਨ ਖੇਤੀ ਕਰਨੀ ਸ਼ੁਰੂ ਕਰਦਾ ਹੈ ਤੇ ਜ਼ਮੀਨ ਉਹਨੂੰ ਬੰਜਰ ਜ਼ਮੀਨ ਮਿਲ ਜਾਏ, ਤੇ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਵਾਸਤੇ ਬਹੁਤ ਯਤਨ ਕਰਨੇ ਪੈਂਦੇ ਆ। ਬਾਰ-ਬਾਰ ਉਹਨੂੰ ਹੱਲ ਵਾਏਗਾ, ਉਹਦੇ ਵਿੱਚੋਂ ਕੱਖ ਕੰਡੇ ਚੁਗੇਗਾ। ਤੇ ਜਿੱਦਣ ਜ਼ਮੀਨ ਵਾਹੀਯੋਗ ਹੋ ਜਾਂਦੀ ਏ, ਉਸ ਦਿਨ ਉਹ ਕਿਹੜੀ ਫਸਲ ਵੀ ਬੀਜ ਦਵੇ ਉਹੀ ਉੱਗ ਖਲੋਂਦੀ ਏ, ਬੰਜਰ 'ਚ ਨਹੀਂ ਉੱਗੇਗੀ ਜੀ। ਇਹ ਮਨ ਜਿਹੜਾ ਹੈ ਨਾ ਜੀ, ਇਹ ਮਨ ਕਈਆਂ ਸਾਲਾਂ ਤੋਂ, ਜਨਮਾਂ ਤੋਂ ਇਹ ਬੰਜਰ ਹੋਈ ਖੇਤੀ ਹੈ। ਇਹ ਬੰਜਰ ਮਨ ਨੂੰ ਕਿਵੇਂ ਅਸੀਂ ਉਪਜਾਊ ਕਰ ਸਕਦੇ ਹਾਂ? ਹੁਣ ਦੇਖੋ, ਸਤਿਗੁਰੂ ਮਹਾਰਾਜ ਇੱਕ ਬਚਨ ਪੜ੍ਹਦੇ ਹੋ ਆਪ ਜੀ। ਮਹਾਰਾਜ ਕਹਿੰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ। ਹੁਣ ਦੇਖੋ, ਇੱਥੇ ਆਰੰਭਤਾ ਮਹਾਰਾਜ ਨੇ ਜੂਨਾ ਤੋਂ ਕੀਤੀ, ਕਈ ਜਨਮ ਪਏ ਕੀਟ ਪਤੰਗਾ। ਜਿੱਦਣ ਦੀ ਇਹ ਸ੍ਰਿਸ਼ਟੀ ਸਾਜੀ ਹੈ ਨਾ,
ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹਵਾ ਨਾ ਬੂਦੋ ਮਨ ਬੂਦਮ, ਇਂ ਕਸ ਨਾ ਬੂਦੋ ਮਨ ਬੂਦਮ। ਕੁਝ ਵੀ ਨਹੀਂ ਸੀ ਬਣਿਆ, ਆ ਮਾਇਆ ਦਾ ਪਸਾਰਾ ਵੀ ਨਹੀਂ ਸੀ ਜਿਸ ਦਿਨ ਤੋਂ ਅਸੀਂ ਚੱਲੇ ਹੋਏ ਹਾਂ। ਔਰ ਸੱਚ ਕਰਕੇ ਜਾਣਿਓ, ਜੇ ਅੱਜ ਵੀ ਸਾਡੇ ਕੋਲ ਸਰੀਰ ਆ ਤੇ ਇਹਦਾ ਮਤਲਬ ਕਿ ਅਸੀਂ ਅਜੇ ਤੱਕ ਮੁਕਤ ਨਹੀਂ, ਅਜੇ ਤੱਕ ਸਫ਼ਰ ਕਰਦੇ ਪਏ ਹਾਂ। ਸਫ਼ਰ ਉਦਣ ਪੂਰਾ ਹੋਵੇਗਾ ਜਿੱਦਣ ਮਨ ਦੇ ਰਾਮ ਲਿਆ ਹੈ ਮੋਲ, ਜਿੱਦਣ ਮਨ ਭੇਟ ਕਰ ਦਓਗੇ। ਸਫ਼ਰ ਉਸ ਦਿਨ ਪੂਰਾ ਹੋਏਗਾ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਜਿੱਦਣ ਮਨ ਇਹ ਮੰਨ ਲਵੇਗਾ, ਅਰਦਾਸ ਕਰਦੇ ਹੋ ਗੁਰੂ ਚਰਨਾਂ ਵਿੱਚ, ਤੇ ਅਰਦਾਸ ਕਰਨ ਤੋਂ ਬਾਅਦ ਵਿੱਚ ਕਿਸੇ ਦੂਸਰੇ ਦਾ ਖਿਆਲ ਨਾ ਹੋਵੇ ਕਿ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਚਰਨਾਂ ਵਿੱਚ ਵੀ ਕਰ ਲਈ, ਤੇ ਬਾਅਦ ਵਿੱਚ ਮਨ ਕਵੇ ਨਹੀਂ ਫਲਾਣੇ ਕੋਲ ਵੀ ਚੱਲਦੇ, ਸ਼ਾਇਦ ਕੰਮ ਉੱਥੋਂ ਬਣ ਜਾਵੇ। ਅਰਦਾਸ ਕਰਨੀ ਆ ਨਾ, ਜਦੋਂ ਅਰਦਾਸ ਕਰਦੇ ਆ ਦੋ ਚੀਜ਼ਾਂ ਹੋਰ ਨਾਲ ਰੱਖ ਲਿਓ ਜੀ। ਅਰਦਾਸ ਰੱਖਿਓ, ਅਰਦਾਸ ਦੇ ਨਾਲ ਵਿਸ਼ਵਾਸ ਰੱਖਿਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਪੂਰੀ ਕਰ ਦੇਣੀ ਆ, ਤੇ ਆਸ ਜ਼ਰੂਰ ਰੱਖਿਓ ਕਿ ਮਹਾਰਾਜ ਹੁਣ ਤੁਸੀਂ ਛੇਤੀ ਕਿਰਪਾ ਕਰੋਗੇ। ਅਰਦਾਸ, ਵਿਸ਼ਵਾਸ ਤੇ ਆਸ, ਇਹ ਤਿੰਨੇ ਚੀਜ਼ਾਂ ਰੱਖਣੀਆਂ ਨੇ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਪਹਿਲੋਂ ਖੇਤੀ ਬੰਜਰ ਹੋ ਚੁੱਕੀ ਸੀ, ਹੁਣ ਉਪਜਾਊ ਹੋ ਚੁੱਕੀ ਹੈ। ਸੁੱਤੇ ਸਿੱਧ ਹੀ ਬੀਜ ਪਾਈਦਾ ਤੇ ਉੱਗ ਖਲੋਂਦਾ ਹੈ। ਸ਼ੁਰੂਆਤ ਦੇ ਵਿੱਚ ਅੰਮ੍ਰਿਤ ਵੇਲੇ ਵੀ ਨਹੀਂ ਉੱਠਿਆ ਜਾਂਦਾ। ਮਨ ਬੜਾ ਕੁਝ ਕਰਦਾ ਹੈ ਜੀ। ਮਨ ਤੇ 4 ਦਿਨ ਤੁਸੀਂ ਉੱਠ ਕੇ ਦੇਖ ਲਓ, ਜਿੱਦਣ ਤੁਸੀਂ ਦਾਅਵਾ ਕਰੋਗੇ ਨਾ ਮੈਂ ਉੱਠਣ ਲੱਗ ਪਿਆ, ਜਪਜੀ ਸਾਹਿਬ ਪੜ੍ਹਨ ਲੱਗ ਪਿਆ, 5ਵੇਂ ਦਿਨ ਉੱਠਿਆ ਨਹੀਂ ਜੀ ਜਾਣਾ, ਮਨ ਨੇ ਉੱਠਣ ਹੀ ਨਹੀਂ ਦੇਣਾ। ਪਰ ਜਿਸ ਦਿਨ ਗੁਰੂ, ਤੇ ਇੱਕ ਗੱਲ ਯਾਦ ਰੱਖੋ ਕਿ ਕੋਈ ਵੀ ਕੰਮ ਕਰੋ ਧਾਰਮਿਕ ਤੌਰ ਤੇ, ਇਹ ਨਹੀਂ ਕਿ ਜਿਹੜਾ ਚੰਗਾ ਕੀਤਾ ਤੇ ਉਹ ਮੈਂ ਕੀਤਾ, ਜਿਹੜਾ ਮਾੜਾ ਹੋਇਆ ਤੇ ਉਹ ਕਹਿਤਾ ਜੀ ਰੱਬ ਨੇ ਕੀਤਾ ਸੀ। ਨਹੀਂ, ਸ਼ੁਭ ਕਰਮ ਕਰੋ, ਤੇ ਜਿਤਨੇ ਸ਼ੁਭ ਕਰਮ ਕਰੋਗੇ ਉਹ ਹਰ ਕਰਮ ਨੂੰ ਗੁਰੂ ਅੱਗੇ ਭੇਟਾ ਕਰਕੇ ਕਹੋ, ਸਤਿਗੁਰੂ ਮਹਾਰਾਜ ਮੈਂ ਕੀਤਾ ਨਹੀਂ, ਤੁਸੀਂ ਕਰਵਾਇਆ ਹੈ, ਮੈਂ ਕਰ ਹੀ ਨਹੀਂ ਸੀ ਸਕਦਾ। ਮਹਾਰਾਜ ਕਹਿੰਦੇ ਨੇ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੇ ਤੋ ਕਿਆ ਕੀਜੇ। ਮਨ ਮਾਨੇ ਲੋਗ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ। ਭਗਤ ਕਬੀਰ ਸਾਹਿਬ ਜੀ ਦੇ ਬਚਨ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ। ਭਗਤ ਸਾਹਿਬ ਜੀ ਕਹਿੰਦੇ ਨੇ, ਜਿੱਦਣ ਮਨ ਗੁਰੂ ਚਰਨਾਂ ਵਿੱਚ ਝੁਕ ਜਾਂਦਾ ਹੈ ਨਾ, ਫਿਰ ਲੋਕ ਭਾਵੇਂ ਜੋ ਮਰਜ਼ੀ ਕਹੀ ਜਾਣ, ਫਿਰ ਲੋਕਾਂ ਦੀ ਪਰਵਾਹ ਨਹੀਂ ਹੁੰਦੀ। ਇਸ ਗੱਲ ਦਾ ਫਿਕਰ ਹੁੰਦਾ ਹੈ ਕਿ ਮੇਰੀ ਪ੍ਰੀਤ ਨਿਭ ਜਾਣੀ ਚਾਹੀਦੀ ਹੈ, ਮੇਰੀ ਪ੍ਰੀਤ ਨਾ ਟੁੱਟੇ। ਰਹਾਉ ਵਿਸ਼ਰਾਮ ਸਤਿਗੁਰੂ ਮਹਾਰਾਜ ਇੱਥੇ ਦੇ ਕੇ ਆਖਦੇ ਨੇ ਵੀ ਰਹਾਉ ਦਾ ਅਰਥ ਹੁੰਦਾ ਹੈ ਰੁਕਣਾ। ਵੈਸੇ ਜ਼ਿਆਦਾਤਰ ਵਿਦਵਾਨ ਕਹਿੰਦੇ ਨੇ ਕਿ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਨੇ ਨਾ, ਉਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ। ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ। ਹੁਣ ਰਹਾਉ ਦੇ ਅਰਥ ਨੇ ਕਿ ਰੁਕ ਜਾਓ ਤੇ ਪਿਛਲੀ ਵਿਚਾਰ ਕਰੋ। ਹੁਣ ਇੱਕ ਰਹਾਉ ਅਸੀਂ ਇਹ ਕਹੀਏ ਕਿ ਜੀ ਸਾਡਾ ਜੀਵਨ ਸੀ, ਭਾਈ ਵੀਰ ਸਿੰਘ ਕਹਿੰਦੇ ਨੇ, ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ, ਐਵੇਂ ਸਾਰੀ ਉਮਰ ਗਵਾ ਕੇ ਮਹਾ ਸ਼ੋਕ ਪਛਤਾਇਆ ਹਾਂ। ਕਦੀ ਇਹ ਤਾਂ ਸੋਚੋ ਕਿ ਜਿਹੜੀ ਪਿਛਲੀ ਲੰਘੀ ਆ ਉਹ ਐਵੇਂ ਲੰਘ ਗਈ ਕਿ ਜਾਂ ਕੁਝ ਕਮਾਇਆ ਵੀ ਆ ਉਹਦੇ ਵਿੱਚ। ਧਰਮ ਇਕੱਠਾ ਕੀਤਾ, ਸੇਵਾ ਕੀਤੀ, ਸਿਮਰਨ ਕੀਤਾ, ਸੰਗਤ ਕੀਤੀ, ਕਿ ਜਾਂ ਕੇਵਲ ਸੁੱਤਿਆਂ ਹੀ ਉਹ ਸਾਰੀ ਲੰਘ ਗਈ ਸੀ। ਸਤਿਗੁਰੂ ਮਹਾਰਾਜ ਅੱਗੇ ਆਖਦੇ ਨੇ, ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਇੱਕ ਗੱਲ ਤੇ ਇਹ ਸਪਸ਼ਟ ਹੈ ਜੀ ਕਿ ਬਾਣੀ ਪੜ੍ਹਦਿਆਂ ਤੁਸੀਂ ਬੇਅੰਤ ਸ਼ਬਦ ਪੜ੍ਹੋਗੇ। ਜਪਜੀ ਸਾਹਿਬ ਪੜ੍ਹ ਕੇ ਦੇਖੋ, ਮਹਾਰਾਜ ਬਾਰ-ਬਾਰ ਗੱਲ ਕਰਨਗੇ, ਸਾਰਾ ਕੁਝ ਕਹਿਣਗੇ ਵੀ ਜ਼ਰੂਰ। ਫਿਰ ਸਤਿਗੁਰੂ ਮਹਾਰਾਜ ਕਹਿਣਗੇ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ। ਮਹਾਰਾਜ ਕਹਿੰਦੇ ਨੇ, ਦੇਖੋ ਕਹਿ ਕੇ ਵੀ ਕਹਿੰਦੇ ਨੇ ਕਿ ਕੁਝ ਵੀ ਨਹੀਂ ਕਿਹਾ। ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਰਾਗ ਦੇ ਵਿੱਚ ਆਖਦੇ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਨ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਉ, ਬ੍ਰਹਮੇ ਕਥ ਕਥ ਅੰਤ ਨਾ ਪਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਥਨ ਦੇ ਨਾਲ ਅੰਤ ਨਹੀਂ ਪਾ ਸਕਦੇ, ਲਿਖਣ ਦੇ ਨਾਲ ਵੀ ਅੰਤ ਨਹੀਂ ਪਾ ਸਕਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਹੜਾ ਹੈ ਜਿਹੜਾ ਰੱਬ ਦਾ ਅੰਤ ਪਾ ਸਕਦਾ ਏ। ਸਾਤ ਸਮੁੰਦੇ ਮਸ ਕਰੋ, ਕਲਮ ਕਰੋ ਬਨਰਾਏ, ਬ੍ਰਹਮੇ ਕਥ ਕਥ ਅੰਤ ਨਾ ਪਾਇਆ। ਸਾਤ ਸਮੁੰਦੇ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਮਹਾਰਾਜ ਕਹਿੰਦੇ, 7 ਸਮੁੰਦਰਾਂ ਦੀ ਸ਼ਾਹੀ
ਸਮੁੱਚੀ ਬਨਸਪਤੀ ਦੀਆਂ ਕਲਮਾਂ ਕਾਗਜ਼ ਦੀ ਥਾਂ ਤੇ ਧਰਤੀ ਤੇ ਹਵਾ ਤੇਜ਼ ਲਿਖਣ ਵਾਲੀ ਹੋਵੇ, ਕਹਿਣ ਲੱਗੇ, ਫਿਰ ਵੀ ਕਹਿਣ ਲੱਗੇ ਰੱਬ ਦੀ ਵਡਿਆਈ ਕੌਣ ਲਿਖ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਮਾਤ ਤ੍ਰਿਪਤਾ ਜੀ ਬੜੇ ਪਿਆਰ ਦੇ ਬਚਨ ਉਹਨਾਂ ਨੇ ਕਹੇ। ਕਹਿਣ ਲੱਗੇ, ਨਾਨਕ ਵੇ ਤੂੰ ਆਖਦਾ ਹੈ ਕਿ ਰੱਬ ਬੜਾ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ, ਹਾਂ ਮਾਂ, ਉਹਦਾ ਕੋਈ ਅੰਤ ਨਹੀਂ ਆ। ਮਾਤਾ ਤ੍ਰਿਪਤਾ ਜੀ ਆਖਦੇ ਨੇ, ਕਹਿਣ ਲੱਗੇ, ਨਾਨਕ ਤੇਰੇ ਤੋਂ ਇਲਾਵਾ ਕਿੰਨੇ ਸੰਤ ਭਗਤ ਹੋਣਗੇ ਸੰਸਾਰ ਦੇ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੇਅੰਤ ਨੇ, ਕੋਈ ਅੰਤ ਨਹੀਂ, ਗਿਣਤੀ ਕੋਈ ਨਹੀਂ ਉਹਨਾਂ ਦੀ। ਮਾਤਾ ਤ੍ਰਿਪਤਾ ਜੀ ਆਖਦੇ ਨੇ, ਨਾਨਕ ਵੇ ਜੇ ਸਾਰਿਆਂ ਨੂੰ ਇਕੱਠਿਆਂ ਕਰੀਏ, ਸਾਰੇ ਸੰਤ ਇਕੱਠੇ ਹੋਣ, ਸਾਰੇ ਭਗਤ ਇਕੱਠੇ ਹੋਵਣ, ਤੇ ਜੇ ਉਹ ਸਾਰੇ ਇਕੱਠੇ ਹੋ ਕਰਕੇ ਕਹਿਣ ਕਿ ਰੱਬ ਇੰਨਾ ਵੱਡਾ ਏ, ਫਿਰ ਤਾਂ ਅੰਤ ਪੈ ਸਕਦਾ ਹੈ ਨਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਾਂ ਫਿਰ ਵੀ ਨਹੀਂ ਪਏਗਾ। ਕਹਿੰਦੇ ਕਿਉਂ? ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਇਕੱਠੇ ਕਰਕੇ ਕਹੋ ਕਿ ਅੰਤ ਪਾ ਸਕਦੇ ਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਪਾਇਆ ਜਾ ਸਕਦਾ। ਬ੍ਰਹਮ ਹੈ, ਬ੍ਰਹਮਾ ਜੀ ਕਥ ਕਥ ਅੰਤ ਨਾ ਪਾਇਆ, ਕਥਨ ਕਰ ਕਰਕੇ ਬੋਲ ਬੋਲ ਕੇ ਕਹਿੰਦੇ ਉਹਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਹੁਣ ਰਾਮ ਭਗਤ ਬੈਠੇ ਘਰ ਆਇਆ। ਮਹਾਰਾਜ ਕਹਿੰਦੇ ਨੇ ਤੂੰ ਘਰ ਵਿੱਚ ਬੈਠ, ਰੱਬ ਤੇਰੇ ਕੋਲ ਬੈਠਾ, ਤੇਰੇ ਹਿਰਦੇ ਵਿੱਚ ਬੈਠਾ, ਤੈਨੂੰ ਬਾਹਰ ਲੱਭਣ ਜਾਣ ਦੀ ਲੋੜ ਕੋਈ ਨਹੀਂ। ਸਿੰਘ ਸਾਹਿਬ ਜੀ ਬੇਨਤੀ ਵੀ ਕਰਕੇ ਗਏ ਕਿ ਸਤਿਗੁਰੂ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ 28 ਤਰੀਕ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਐਸੀ ਸ਼ਖਸੀਅਤ ਨੇ ਜਿਨ੍ਹਾਂ ਦੇ ਸਰੀਰ ਦੇ 2 ਥਾਵਾਂ ਤੇ ਸੰਸਕਾਰ ਕੀਤੇ ਗਏ ਆ। ਇੱਕ ਤੁਹਾਡੇ ਇੱਥੇ ਦਿੱਲੀ ਰਕਾਬਗੰਜ, ਦੂਸਰਾ ਆਨੰਦਪੁਰ ਸਾਹਿਬ ਦੇ ਅੰਦਰ ਸੀਸ ਦਾ ਸੰਸਕਾਰ ਕੀਤਾ। ਸ਼ਹਾਦਤ ਤੋਂ ਬਾਅਦ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਗਏ। ਇਤਿਹਾਸ ਕਹਿੰਦਾ ਕਿ 5 ਥਾਵਾਂ ਤੇ ਪੜਾਅ ਕੀਤੇ ਨੇ ਭਾਈ ਸਾਹਿਬ ਨੇ। ਜਦੋਂ ਰਿਵਾੜੀ ਪਹੁੰਚਦੇ ਨੇ, ਇੱਕ ਦਰਖਤ ਥੱਲੇ ਬੈਠੇ ਤੇ ਟੋਕਰਾ ਸਿਰ ਦੇ ਉੱਤੇ ਰੱਖਿਆ ਹੋਇਆ ਹੈ। ਮਨ 'ਚ ਸੋਚਦੇ ਆ ਕਿ ਆਹ ਦਰਖਤ ਦੇ ਨਾਲ ਮੈਂ ਉਹ ਕੱਪੜੇ 'ਚ ਬੰਨ੍ਹ ਕੇ ਸੀਸ ਰੱਖ ਦੇਵਾਂ ਤੇ ਘੜੀ ਆਰਾਮ ਕਰ ਲਵਾਂ। ਫਿਰ ਸੋਚਦੇ ਨੇ ਕਿ ਨਹੀਂ ਕੋਈ ਆਵੇਗਾ, ਕੋਈ ਜਾਨਵਰ ਆ ਗਿਆ ਤੇ ਉਹ ਨਾ ਬੇਅਦਬੀ ਕਰ ਦੇ। ਸੀਸ ਤੇ ਟੋਕਰਾ ਸੀਸ ਵਾਲਾ ਰੱਖਿਆ ਹੈ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ। ਦੇਖੋ ਗੁਰੂ ਮਰਦਾ ਕਦੀ ਨਹੀਂ, ਤੇ ਗੁਰੂ ਕਿਰਪਾ ਜਦੋਂ ਕਰਨ ਤੇ ਆਉਂਦਾ ਹੈ ਉਹ ਸਰੀਰ ਛੱਡਣ ਤੋਂ ਬਾਅਦ ਵਿੱਚ ਵੀ ਕਿਰਪਾ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸਿੱਖ ਭਾਈ ਜੈਤਾ, ਸੀਸ ਤੇ ਸਿਰ ਦੇ ਉੱਤੇ ਟੋਕਰੀ ਹੈ ਦੀ ਸੀਸ ਵਾਲੀ। ਇੰਨੇ ਨੂੰ ਇੱਕ ਧੋਬੀ ਕੱਪੜੇ ਧੋ ਕੇ ਆਉਂਦਾ ਪਿਆ ਤੇ ਉਹਦਾ ਨਾਂ ਸੀ ਰਾਮਦੇਵ। ਉਹਨੇ ਦੇਖਿਆ ਕਿ ਸਿੱਖਾਂ ਵਾਲਾ ਹੁਲੀਆ। ਉਹਨੇ ਪੁੱਛਿਆ ਤੂੰ ਸਿੱਖਿਆ? ਨਾ ਨਹੀਂ ਹੋਈ। ਕਹਿੰਦਾ ਹਾਂ ਮੈਂ ਸਿੱਖਿਆ। ਕਹਿੰਦਾ ਚੱਲ ਆ ਮੇਰੇ ਘਰੇ ਰਾਤ ਕੱਟ ਲਈ, ਹੁਣ ਹਨੇਰੇ 'ਚ ਕਿੱਥੇ ਸਫ਼ਰ ਕਰੇਂਗਾ। ਰਸਤੇ ਵਿੱਚ ਜਾਂਦਿਆਂ ਹੋਇਆਂ ਨਾ ਗੱਲਾਂ ਕਰਦਾ ਪਿਆ ਏ। ਕਹਿਣ ਲੱਗਾ ਇੱਕ ਗੱਲ ਦੱਸ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਦੀ ਦਰਸ਼ਨ ਕੀਤੇ ਆ? ਰਾਮਦੇਵ ਨੇ ਪੁੱਛਿਆ। ਭਾਈ ਜੇਤਾ ਕਹਿੰਦਾ ਹਾਂ ਬੜੀ ਵਾਰੀ ਕੀਤੇ ਨੇ। ਕਹਿੰਦੇ ਮੇਰੇ ਮਨ 'ਚ ਇੱਕ ਸ਼ੰਕਾ ਹੈ, ਜੇ ਦੂਰ ਕਰ ਦਵੇਂ। ਕਹਿੰਦੇ ਪੁੱਛੋ। ਕਹਿੰਦੇ ਗੁਰੂ ਕਦੀ ਝੂਠ ਬੋਲਦਾ ਏ? ਭਾਈ ਸਾਹਿਬ ਸੋਚਦੇ ਨੇ ਇੱਕ ਪਾਸੇ ਇੰਨੀ ਸ਼ਰਧਾ ਕਿ ਪਤਾ ਲੱਗਿਆ ਗੁਰੂ ਸਾਹਿਬ ਸ਼ਹੀਦ ਹੋਏ ਨੇ ਤੇ ਅੱਖਾਂ 'ਚੋਂ ਅਥਰੂ ਡਿੱਗਦੇ ਨੇ, ਤੇ ਦੂਜੇ ਪਾਸੇ ਇਹ ਪੁੱਛਦਾ ਪਿਆ ਕਿ ਗੁਰੂ ਝੂਠ ਬੋਲਦਾ ਏ? ਭਾਈ ਜੈਤਾ ਕਹਿੰਦੇ ਨਹੀਂ ਗੁਰੂ ਝੂਠ ਕਦੀ ਨਹੀਂ ਬੋਲਦਾ। ਕਹਿੰਦੇ ਵਾਅਦਾ ਕਰਕੇ ਮੁੱਕਰਦਾ ਏ? ਕਹਿੰਦੇ ਨਹੀਂ ਜੀ ਵਾਅਦਾ ਕਰਕੇ ਵੀ ਨਹੀਂ ਮੁੱਕਰਦਾ। ਕਹਿੰਦੇ ਗੱਲ ਕੀ? ਉਹਨਾਂ ਚਿਰ ਨੂੰ ਘਰੇ ਆ ਗਏ ਤੇ ਉਹਨੇ ਗੱਲ ਦੱਸੀ। ਕਹਿੰਦਾ ਮੈਂ ਆਨੰਦਪੁਰ ਸਾਹਿਬ ਗਿਆ ਸੰਗਤ ਦੇ ਨਾਲ, ਤੇ ਜਦੋਂ ਤੁਰਨ ਲੱਗੇ ਨਾ ਵਾਪਸ ਆਉਣਾ ਸੀ, ਮੈਂ ਹੱਥ ਜੋੜ ਕੇ ਕਿਹਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਕਿਰਪਾ ਕਰੋ ਮੇਰੇ ਘਰ ਦੇ ਵਿੱਚ ਚਰਨ ਪਾਇਓ। ਤੇ ਮਹਾਰਾਜ ਨੇ ਇੱਕਦਮ ਕਹਿਤਾ ਹਾਂ ਆਵਾਂਗੇ। ਮੈਂ ਸੋਚਿਆ ਕਿ ਇੰਨੀ ਛੇਤੀ ਮੰਨ ਗਏ। ਫਿਰ ਦੁਬਾਰਾ ਕਿਹਾ ਮਹਾਰਾਜ ਆਓਗੇ? ਮਹਾਰਾਜ ਕਹਿੰਦੇ ਜ਼ਰੂਰ ਆਵਾਂਗੇ। ਤੀਜੀ ਵਾਰੀ ਫਿਰ ਉਹਨੇ ਕਿਹਾ, ਮੈਂ ਪੁੱਛਿਆ ਮਹਾਰਾਜ ਮੈਂ ਉਡੀਕ ਕਰਾਂਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਂ ਆਵਾਂਗਾ ਜ਼ਰੂਰ, ਤੂੰ ਪਛਾਣ ਜ਼ਰੂਰ ਲਵੀਂ। ਮਹਾਰਾਜ ਦਾ ਸਿੱਖ ਪੁੱਛਦਾ ਪਿਆ ਭਾਈ ਜੈਤਾ, ਕਹਿੰਦੇ ਜੇ ਗੁਰੂ ਆਇਆ ਤੇ ਤੂੰ ਕਿੱਥੇ ਬਿਠਾਉਣਾ ਸੀ? ਉਹਨੇ ਚੌਂਕੀ ਕੱਢ ਕੇ ਲਿਆਂਦੀ। ਕਹਿੰਦੇ ਆ ਮੈਂ ਚੌਂਕੀ ਬਣਾਈ ਸੀ। ਕਹਿੰਦੇ ਕੱਲੀ ਚੌਂਕੀ? ਕਹਿੰਦੇ ਨਹੀਂ ਆ ਖੇਸ ਵੀ ਨਵਾਂ ਰੱਖਿਆ ਸੀ। ਕਹਿੰਦੇ ਵਿਛਾ ਇੱਥੇ। ਜਦੋਂ ਵਿਛਾਇਆ ਤੇ ਭਾਈ ਸਾਹਿਬ ਨੇ ਟੋਕਰਾ ਲਾ ਕੇ ਉੱਥੇ ਰੱਖ ਦਿੱਤਾ।
ਉਹ ਗਰਮ ਹੋਇਆ ਜੀ ਗੁੱਸੇ ਵਿੱਚ। ਉਹਨੇ ਕਿਹਾ, ਕਹਿਣ ਲੱਗਾ ਆ ਟੋਕਰਾ ਚੁੱਕ ਲੈ, ਜੇ ਗੁਰੂ ਨਹੀਂ ਆਇਆ ਤੇ ਕੋਈ ਗੱਲ ਨਹੀਂ, ਪਰ ਗੁਰੂ ਦੀ ਯਾਦ ਤਾਂ ਹੈ, ਇਹਦੇ ਉੱਤੇ ਹੋਰ ਕੋਈ ਚੀਜ਼ ਨਹੀਂ ਰੱਖੀ ਜਾ ਸਕਦੀ ਜਿੱਥੇ ਮੇਰੇ ਗੁਰੂ ਨੇ ਬੈਠਣਾ ਹੈ। ਭਾਈ ਸਾਹਿਬ ਭਾਈ ਜੈਤਾ ਜੀ ਆਖਦੇ ਨੇ, ਕਹਿੰਦੇ ਰੌਲਾ ਨਾ ਪਾਈ। ਉਹਨਾਂ ਨੇ ਇੱਕ ਇੱਕ ਗੰਢ ਖੋਲੀ ਜੀ, 5 ਕੱਪੜਿਆਂ ਦੇ ਵਿੱਚ ਸੀਸ ਵੱਜਿਆ ਸੀ। ਉਹ ਜਦੋਂ ਅਖੀਰਲਾ ਕੱਪੜਾ ਖੋਲਿਆ ਤੇ ਸਤਿਗੁਰੂ ਮਹਾਰਾਜ ਜੀ ਦਾ ਉਹ ਪਵਿੱਤਰ ਖੂਨ ਜਿਹੜਾ ਸੀ ਕੱਪੜੇ ਨੂੰ ਲੱਗਿਆ, ਕੇਸ ਕੱਪੜੇ ਦੇ ਨਾਲ ਜੁੜੇ ਸੀ। ਹੌਲੀ ਹੌਲੀ ਸੀਸ ਦੇ ਉੱਤੋਂ ਕੱਪੜਾ ਉਤਾਰਿਆ। ਭਾਈ ਰਾਮਦੇਵ ਜੀ ਨੇ ਹੱਥ ਜੋੜ ਕੇ ਗੁਰੂ ਚਰਨਾਂ 'ਚ ਨਮਸਕਾਰ ਕੀਤੀ, ਅੱਖਾਂ ਭਰ ਆਈਆਂ, ਕਹਿਣ ਲੱਗੇ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਮੈਨੂੰ ਪਤਾ ਨਹੀਂ ਸੀ ਤੁਸੀਂ ਇਸ ਤਰ੍ਹਾਂ ਵੀ ਵਾਅਦੇ ਪੂਰੇ ਕਰਦੇ ਹੋ, ਤੁਸੀਂ ਇਸ ਤਰ੍ਹਾਂ ਵੀ ਕਿਰਪਾ ਕਰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਰਾਮ ਭਗਤ ਬੈਠੇ ਕਰ ਆਇਆ। ਜਿਹੜੇ ਗੁਰੂ ਨੂੰ ਮਨ ਵੇਚ ਦਿੰਦੇ ਆ, ਫਿਰ ਗੁਰੂ ਪਰਮਾਤਮਾ ਜਿਹੜਾ ਹੈ ਉਹਨਾਂ ਦੇ ਹਿਰਦੇ ਵਿੱਚ ਆ ਕੇ ਬੈਠ ਜਾਂਦਾ ਹੈ। ਉਹਨਾਂ ਨੂੰ ਫਿਰ ਬਾਹਰ ਲੱਭਣ ਦੀ ਲੋੜ ਨਹੀਂ ਪੈਂਦੀ। ਕਹੋ ਕਬੀਰ ਚੰਚਲ ਮਤ ਤਿਆਗੀ। ਚੰਚਲ ਦਾ ਅਰਥ ਹੁੰਦਾ ਹੈ ਕਿ ਚੱਲ ਚੱਲ, ਰੁਕਣਾ ਨਾ ਕਦੀ ਵੀ, ਮਤ ਕਦੀ ਨਹੀਂ ਰੁਕਦੀ, ਮਨ ਕਦੀ ਨਹੀਂ ਰੁਕਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਪਏ ਨੇ, ਹੁਣ ਮੈਂ ਆ ਮੱਤ ਸੀ ਨਾ ਜਿਹੜੀ ਭੱਜਣ ਦੀ, ਕਿ ਕਦੀ ਉੱਥੇ ਚਲੇ ਜਾਓ ਕਦੀ ਉੱਥੇ ਚਲੇ ਜਾਓ, ਇਹ ਮੈਂ ਮੱਤ ਹੀ ਛੱਡ ਦਿੱਤੀ ਆ। ਕਹੋ ਕਬੀਰ, ਕਬੀਰ ਸਾਹਿਬ ਆਖਦੇ ਨੇ, ਮੈਂ ਚੰਚਲ ਮਤ ਦਾ ਤਿਆਗ ਕਰ ਦਿੱਤਾ ਹੈ, ਕੇਵਲ ਰਾਮ ਭਗਤ ਨਿਜ ਭਾਗੀ। ਹੁਣ ਮੇਰੇ ਜਿਹੜੇ ਨਿਜ ਭਾਗ ਆ ਨਾ ਜੀ, ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਭਾਗਾਂ ਦੇ ਵਿੱਚ ਹੁਣ ਗੁਰੂ ਦੀ ਭਗਤੀ ਤੋਂ ਬਗੈਰ ਹੋਰ ਦੂਸਰਾ ਲਿਖਿਆ ਕੁਝ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੱਜ ਦੇ ਸ਼ਬਦ ਦੇ ਅੰਦਰ ਕਿ ਮਨ ਜਿਹੜਾ ਹੈ ਇਹ ਤੂੰ ਗੁਰੂ ਨੂੰ ਭੇਟ ਕਰ। ਜਦੋਂ ਤੂੰ ਮਨ ਗੁਰੂ ਨੂੰ ਭੇਟ ਕਰ ਦੇਂਗਾ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਨ ਵੇਚੇ ਸਤਿਗੁਰੂ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਦੀ ਸਾਡਾ ਭਰੋਸਾ, ਅਕੀਦਾ, ਵਿਸ਼ਵਾਸ ਗੁਰੂ ਤੋਂ ਕਦੇ ਡੋਲੇ ਨਾ। ਹਮੇਸ਼ਾ ਗੁਰੂ ਚਰਨਾਂ ਵਿੱਚ ਸੀਸ ਅਰਪਣ ਕਰੀਏ, ਗੁਰੂ ਤੇ ਭਰੋਸਾ ਕਰਕੇ ਬੈਠੀਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਭਨਾਂ ਦੀਆਂ ਭਾਵਨਾਵਾਂ ਵੀ ਜਾਣਦੇ ਨੇ ਤੇ ਸਭਨਾਂ ਦੀ ਭਾਵਨਾਵਾਂ ਪੂਰੀ ਵੀ ਕਰਦੇ ਨੇ। ਸਮੁੱਚੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਇਸ ਸਥਾਨ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਬਹੁਤ ਹੀ ਵਿਦਵਾਨ ਤੇ ਪਿਆਰ ਵਾਲੀ ਸ਼ਖਸੀਅਤ, ਹਾਰਦਿਕ ਤੌਰ ਤੇ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।